ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਰ ਵਾਰ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਤੁਸੀਂ ਹੁਣ ਦੱਸੋ ਵੀ 에ਅਰ ਹੋਸਟਸ ਹੋ, ਐਂ ਜੋੜੀ ਬੈਠੇ ਹੋ, ਹੁਣ ਥੋੜਾ ਜਿਹਾ ਢਿੱਲੇ ਛੱਡ ਲਓ ਹੱਥ। ਨਹੀਂ, ਮੈਂ ਕਿਹਾ ਤੁਸੀਂ ਮੇਰੇ ਤੋਂ ਵੱਡੇ ਹੋ, ਤੁਸੀਂ ਜੋੜੇ ਹੋਏ ਸੀ ਤਾਂ ਉਹ ਨਹੀਂ ਮੇਰੇ ਵੀਰ ਜੀ, ਮੈਂ ਤਾਂ ਕਹਿੰਦਾ ਨਹੀਂ ਮੈਨੂੰ ਹੱਥ ਜੋੜੋ। ਤੁਸੀਂ ਉਧਰਲੇ ਪਾਸੇ ਜੋੜਨੇ, ਜਿਹੜੇ ਦਰਸ਼ਕ ਭੈਣਾ ਵੀਰ ਬੈਠੇ ਆ ਜੀ, ਉਹਨਾਂ ਨੂੰ ਕਹਿਣਾ ਵੀ ਭਾਈ ਪਿਆਰ ਤੇ ਸਤਿਕਾਰ ਭਰੀ ਵੀਰੋ ਤੇ ਭੈਣੋ ਸਤਿ ਸ਼੍ਰੀ ਅਕਾਲ ਜੀ। ਬਸ ਤੁਹਾਡਾ ਆਸ਼ੀਰਵਾਦ ਆ ਜੀ। ਮੈਂ ਕਹਿ ਦਿੱਤਾ। ਹਾਂ ਤੇ ਹੋਰ ਸੁਣਾਓ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਮੈਂ ਠੀਕ ਹਾਂ, ਬਹੁਤ ਵਧੀਆ, ਚੜ੍ਹਦੀ ਕਲਾ। ਪੂਰੀ ਰਫ਼ਤਾਰ ਦੇ ਨਾਲ? ਹਾਂ, ਰਫ਼ਤਾਰ ਦੇ ਨਾਲ। ਮੈਂ ਸ਼ਤਾਬਦੀ ਐਕਸਪ੍ਰੈਸ ਆ, ਦੱਸੋ ਜ਼ਿੰਦਗੀ ਠਾਹ ਕਰਕੇ ਵਜਾ ਕਹੇ ਚ? ਨਹੀਂ ਟਾਣਾ ਸਾਹਿਬ, ਅਸੀਂ ਨਹੀਂ ਚਾਹੁੰਦੇ ਤੁਸੀਂ ਕਿਸੇ ਚ ਵੱਜੋ ਠਾਹ ਕਰਕੇ, ਪਰ ਮੈਨੂੰ ਇਹ ਦੱਸੋ ਵੀ ਮੇਰਾ ਹੀ ਖਿਆਲ ਅੱਜ ਬਹੁਤ ਚਿਰਾਂ ਬਾਅਦ ਗਿਆ ਹੈ ਕਿ ਮੈਂ ਗੱਲ ਚਿਰਾਂ ਬਾਅਦ ਕਰਨ ਲੱਗੀ ਆ। ਅੱਜ ਡੱਬੀਆਂ ਵਾਲਾ ਝੱਗਾ ਪਾਇਆ ਫੇਰ ਤੋਂ? ਬਿਲਕੁਲ ਡੱਬੀਆਂ ਵਾਲਾ ਝੱਗਾ ਪਾਇਆ ਜੀ। ਮੈਨੂੰ ਜਿਹੜਾ ਮਿਲ ਜੇ ਧੋਤਾ ਪਿਆ ਆਪਾਂ ਉਹ ਟੰਗ ਲਈਦਾ ਜੀ। ਆਪਾਂ ਨੂੰ ਕੋਈ ਤਲਕ ਨਹੀਂ ਵੀ ਪੈਂਟ ਦੇ ਨਾਲੇ ਮੇਲ ਖਾਂਦਾ ਕਿ ਨਹੀਂ, ਆਪਣਾ ਕੋਈ ਤਲਕ ਨਹੀਂ ਵੀ ਬੂਟਾਂ ਦੇ ਨਾਲ ਕਿਹੜੀ ਚੀਜ਼ ਮਿਲਦੀ ਹੈ ਕਿ ਨਹੀਂ। ਅਚਾਨਕ ਮਿਲ ਜੇ ਤਾਂ ਆਪਣੇ ਨੰਬਰ ਬਣ ਜਾਂਦੇ ਆ, ਨਾ ਮਿਲੇ ਤਾਂ ਕਹੀਦਾ ਹੀ ਆ। ਵਾਹ, ਕੀ ਬਾਤ ਹੈ। ਤੇ ਟਾਣਾ ਸਾਹਿਬ, ਮੌਸਮ ਕਿਵੇਂ ਹੈ? ਮੌਸਮ ਗਰਮ, ਬਹੁਤ ਗਰਮ ਜੀ। ਸਵੇਰ ਦੇ ਵੇਲੇ ਜਦੋਂ ਨਿਕਲਿਆ ਘਰੋਂ ਉਦੋਂ ਵੀ ਮੁੜਕਾ ਆਉਂਦਾ ਸੀ, ਇਸ ਵੇਲੇ ਵੀ ਮੁੜਕਾ ਆਉਂਦਾ ਸੀ ਬਾਹਰ, ਪਰ ਅੰਦਰ ਠੀਕ ਆ, ਏਸੀ ਲੱਗਾ ਹੋਣ ਕਰਕੇ। ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 48 ਘੰਟੇ ਚ ਹੋ ਸਕਦਾ ਕਈ ਥਾਵਾਂ ਤੇ ਮੀਂਹ ਪੈ ਜੇ। ਅੱਛਾ ਜੀ। ਤੇ ਹੁਣ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰੀ। ਚੱਜ ਦਾ ਵਿਚਾਰ ਇਹ ਆ ਵੀ ਜੇਕਰ ਤੁਹਾਡਾ ਕੋਈ ਬੁਰਾ ਕਰੇ ਤਾਂ ਉਹਨੂੰ ਦਿਲ ਤੇ ਨਾ ਲਾਓ ਜੀ, ਕਿਉਂਕਿ ਜੇਕਰ ਤੁਸੀਂ ਦਿਲ ਤੇ ਲਾ ਲਿਆ ਤਾਂ ਤੁਹਾਡਾ ਦਿਮਾਗ ਵੀ ਉਹਦੇ ਮੁਤਲਕ ਬੁਰਾ ਸੋਚਣ ਵਾਸਤੇ ਮਜਬੂਰ ਹੋ ਜਾਣਾ। ਇਸ ਕਰਕੇ ਉਹਨੂੰ ਨਾ ਕਹਿ ਦੋ ਵੀ ਜਾ, ਕੋਈ ਪਰਵਾਹ ਨਹੀਂ। ਪਰ ਟਾਣਾ ਸਾਹਿਬ, ਗੱਲ ਇਹ ਹੈ ਵੀ ਜਦੋਂ ਕੋਈ ਕਿਸੇ ਦਾ ਬੁਰਾ ਕਰਦਾ ਨਾ ਚਾਹੁੰਦੇ ਹੋਏ ਵੀ ਉਹ ਗੱਲਾਂ ਦਿਲ ਤੇ ਲੱਗਦੀਆਂ ਨੇ, ਤੇ ਨਾ ਚਾਹੁੰਦੇ ਹੋਏ ਵੀ ਜਦੋਂ ਦਿਲ ਤੇ ਲੱਗ ਜਾਣ ਤੇ ਫਿਰ ਦਿਮਾਗ ਜਿਹੜਾ ਹੈ ਉਹ ਗਲਤ ਗੱਲਾਂ, ਗਲਤ ਧਾਰਨਾਵਾਂ, ਗਲਤ ਫੈਸਲੇ ਲੈਣ ਲਈ ਮਜਬੂਰ ਹੋ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਨੇਕ ਰੂਹਾਂ ਹੋਣਗੀਆਂ, ਉਹ ਲੋਕ ਜਿਹੜੇ ਬਹੁਤ ਘੱਟ ਗਿਣਤੀ ਦੇ ਵਿੱਚ ਹੋਣਗੇ, ਜਿਹੜੇ ਵਾਕਈ ਆਪਣਾ ਬੁਰਾ ਹੋਣ ਤੋਂ ਬਾਅਦ ਚ ਵੀ ਲੋਕਾਂ ਨੂੰ ਮਾਫ ਕਰ ਦਿੰਦੇ ਨੇ। ਹਰ ਬੰਦੇ ਦੀ ਕਿਤੇ ਨਾ ਕਿਤੇ ਚੁਗਲੀ ਹੁੰਦੀ ਆ, ਕੋਈ ਭਰਮ ਦੇ ਵਿੱਚ ਨਾ ਰਵੇ ਕਿ ਮੇਰੇ ਕੋਈ ਪੈਰ ਨਹੀਂ ਮਿੱਧਦਾ। ਭਾਵੇਂ ਕੋਈ ਛੋਟੇ ਦੇ ਉੱਤੇ ਆ, ਭਾਵੇਂ ਕੋਈ ਛੋਟਾ ਕੰਮ ਕਰਦਾ, ਭਾਵੇਂ ਕੋਈ ਵੱਡਾ ਕਰਦਾ, ਵੈਸੇ ਤਾਂ ਕੰਮ ਸਾਰੇ ਬਰਾਬਰ ਦੇ ਆ। ਮੈਂ ਰੁਤਬੇ ਦੀ ਗੱਲ ਕਰਦਾ। ਭਾਵੇਂ ਕੋਈ ਇੱਥੇ ਦਿਹਾੜੀ ਦੱਪਾ ਕਰਦਾ, ਉਹਦੀ ਵਿਰੋਧਤਾ ਉਹਦੇ ਪੱਧਰ ਦੇ ਬੰਦਿਆਂ ਨੇ ਕਰਨੀ ਆ। ਬਹੁਤ ਉਤਲੇ ਅਹੁਦੇ ਤੇ ਬੈਠੇ ਹੋਏ ਬੰਦੇ ਦੀ ਵਿਰੋਧਤਾ ਉਹਦੇ ਪੱਧਰ ਦੇ ਬੰਦਿਆਂ ਨੇ ਕਰਨੀ ਆ। ਇਸ ਕਰਕੇ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਤੁਹਾਡਾ ਕੰਮ ਤੁਹਾਨੂੰ ਬਚਾਉਂਦਾ, ਚਾਪਲੂਸੀਆਂ, ਅੱਗੇ ਪਿੱਛੇ ਜੀ ਹਜ਼ੂਰੀ ਕਰਨੀ, ਪੂਛ ਹਿਲਾਉਣੀ, ਇਹ ਬਿਲਕੁਲ ਨਹੀਂ ਬਚਾਉਂਦੀ। ਬਿਲਕੁਲ, ਇਹ ਕੁਝ ਕੁ ਸਮੇਂ ਲਈ ਜ਼ਰੂਰ ਬਚਾ ਸਕਦੀਆਂ ਨੇ, ਪਰ ਲੰਮੇ ਸਮੇਂ ਤੱਕ ਕੰਮ ਟਿਕਦਾ ਹੈ ਤੇ ਕੰਮ ਹੀ ਹਮੇਸ਼ਾ ਬੋਲਦਾ ਹੈ। ਸੋ ਹੁਣ ਜਿਹੜਾ ਚਾਹੀਦਾ ਵਿਚਾਰ ਮੈਂ ਲੈ ਕੇ ਆਈ ਹਾਂ, ਪੇਸ਼ਕਾਰੀ ਕਰੀਏ। ਇਹ ਤੁਹਾਡੇ ਨਾਲ ਜੁੜਿਆ ਹੋਇਆ ਚਾਹੀਦਾ ਵਿਚਾਰ ਹੈ? ਮੇਰੇ ਨਾਲ ਜੁੜਿਆ ਹੋਇਆ ਜੀ। ਕੀ? ਤੇ ਮੈਂ ਪਹਿਲਾਂ ਹੀ ਮਾਫੀ ਚਾਹੁੰਦੀ ਹਾਂ ਜੇ ਕਿਤੇ ਤੁਹਾਨੂੰ ਦੁੱਖ। ਮੈਂ ਪਹਿਲਾਂ ਮੰਗ ਲਈ ਨਾ, ਹੁਣ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ। ਕੀ ਪਤਾ ਕੀ ਕੱਚ ਚੋਂ ਮੂੰਗਲੀ ਕੱਢ ਮਾਰਨੀ ਹੈ। ਨਹੀਂ, ਤੁਸੀਂ ਵੇਖੋ, ਆਪਾਂ ਕਹਿੰਦੇ ਆ ਨਾ ਪੱਥਰ ਦੀ ਕੋਈ ਕੀਮਤ ਨਹੀਂ ਹੁੰਦੀ। ਪੱਥਰ ਦੀ ਕੋਈ ਕੀਮਤ ਨਹੀਂ ਹੁੰਦੀ। ਪੱਥਰ ਰਾਹ ਗਲੀਆਂ 'ਚ ਐਵੇਂ ਖਿਲਰੇ ਰਹਿੰਦੇ ਨੇ। ਪੱਥਰ ਦੀ ਕੀਮਤ ਉਦੋਂ ਪਤਾ ਲੱਗਦੀ ਜਦੋਂ ਘਰ ਬਣਾਇਆ ਹੋਵੇ ਨਾ, ਤੇ ਬੰਦਾ ਕਹਿੰਦਾ ਵੀ ਮੈਂ ਨਾ ਫਲਾਣੀ ਥਾਂ ਤੋਂ ਲੈ ਕੇ ਆਇਆ ਪੱਥਰ। ਉਹਦੀ ਰਗੜਾਈ ਵੀ ਬਹੁਤ ਮਹਿੰਗੀ ਪੈਂਦੀ ਹੈ। ਮੈਂ ਉਸ ਪੱਥਰ ਦੀ ਗੱਲ ਨਹੀਂ ਕਰ ਰਹੀ, ਉਹ ਮਾਰਬਲ ਹੁੰਦਾ ਹੈ। ਪੱਥਰ ਕੇ ਸਨਮ ਤੁਝੇ ਹਮਨੇ ਮੁਹੱਬਤ ਕਾ ਖੁਦਾ ਜਾਨਾ, ਹਿੰਦੀ ਚ ਗਾਣਾ ਇੱਕ। ਬਿਲਕੁਲ। ਹਾਂ, ਹੋਰ ਕੋਈ ਆ ਰਿਹਾ ਹੋਏ ਉਹ ਵੀ ਸੁਣਾ ਦੋ। ਨਹੀਂ ਸੁਣਾਉਂਗਾ, ਚਾਹੀਦਾ ਵਿਚਾਰ ਤਾਂ ਮੈਂ ਬਾਅਦ ਚ ਵੀ ਸੁਣਾ ਦੂੰਗੀ ਜੀ। ਏਡੀ ਕਿਹੜੀ ਗੱਲ ਆ, ਹਨਾ? ਗਾਣੇ ਪਹਿਲਾਂ ਆਉਣੇ ਚਾਹੀਦੇ। ਟਾਣਾ ਸਾਹਿਬ, ਜਿਹੜਾ ਫੁੱਲਾਂ ਭਰੀ ਚੰਗੇਰ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਹੋਇਆ ਹੈ, ਉਹਦੇ ਚ ਪਹਿਲਾਂ ਨਾਲ ਦੀ ਨਾਲ ਗਾਣੇ ਆਉਣੇ ਚਾਹੀਦੇ ਨੇ। ਬਾਕੀ ਗੱਲਾਂ ਤਾਂ ਫੇਰ ਵੀ ਹੁੰਦੀਆਂ ਰਹਿਣਗੀਆਂ। ਪੱਥਰ ਦੀ ਕੀਮਤ ਕੋਈ ਨਹੀਂ ਹੁੰਦੀ, ਤੁਸੀਂ ਇਹ ਗੱਲ ਕਹੀ ਸੀ। ਬਿਲਕੁਲ, ਪੱਥਰ ਦੀ ਕੋਈ ਕੀਮਤ ਨਹੀਂ ਹੁੰਦੀ। ਉਹ ਪੱਥਰ ਜਿਹੜੇ ਰਾਹਾਂ ਗਲੀਆਂ ਦੇ ਵਿੱਚ ਰੁਲ ਰਹੇ ਹੁੰਦੇ ਆ, ਹਨਾ, ਉਹਨਾਂ ਪੱਥਰਾਂ ਦੀ ਕੋਈ ਕੀਮਤ ਨਹੀਂ ਹੁੰਦੀ। ਪਰ ਉਹਨਾਂ ਪੱਥਰਾਂ ਦੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਪਿੱਛੇ ਕੁੱਤੇ ਪੈ ਜਾਣ। ਵਾਹ, ਇਹਨਾਂ ਪੱਥਰਾਂ ਦੀ ਕੀਮਤ ਉਦੋਂ ਪਤਾ ਲੱਗਦੀ ਆ ਜਦੋਂ ਪਿੱਛੇ ਕੁੱਤੇ ਪੈ ਜਾਣ। ਹਾਂਜੀ, ਵਾਹ। ਇਹਨੂੰ ਕਹਿੰਦੇ ਫੋੜਾ ਛਿੱਲਣ ਵਾਲੇ ਕਰਮਚਾਰੀ। ਇਹਨਾਂ ਨੂੰ ਕਹਿੰਦੇ ਆ ਵੀ ਭਾਈ ਦੁੱਖ ਦੀ ਰਗ ਤੇ ਹੱਥ ਰੱਖਣ ਵਾਲੇ ਕਰਮਚਾਰੀ। ਪੈਂਦੀ ਸੱਟੇ ਦੇਖੋ, ਪੱਥਰ ਦੀ ਕੀਮਤ ਆਇਆ ਹੈ, ਕੁੱਤਾ ਪਿੱਛੇ ਹੈ ਨਾ। ਹੁਣ ਮੈਂ ਆਪਦੇ ਝੋਲੇ ਦੇ ਵਿੱਚ ਇੱਟ ਪਾ ਕੇ ਤੁਰਿਆ ਕਰਾਂ, ਇੱਕ ਹੱਥ ਨਾਲ ਰੇਸ, ਦੂਜੇ ਨਾਲ ਇੱਟ। ਮੈਂ ਟਾਣਾ ਸਾਹਿਬ, ਜਦੋਂ ਇਹ ਵਿਚਾਰ ਪੜਿਆ ਨਾ, ਪੈਂਦੀ ਸੱਟੇ ਤੁਹਾਡਾ ਮਹੱਲਾ ਚੇਤੇ ਆਇਆ ਮੈਨੂੰ।
ਤੇ ਮੈਂ ਕਿਹਾ ਇਹ ਵਿਚਾਰ ਅਸੀਂ ਜ਼ਰੂਰ ਆਪਣੇ ਪਰਿਵਾਰ ਦੀ ਕਚਹਿਰੀ ਦੇ ਵਿੱਚ ਰੱਖਣਾ ਹੈ। ਵਾਹ ਦੇਖੋ ਵਾਕਈ ਟਾਣਾ ਸਾਹਿਬ ਉਹ ਪੱਥਰ ਜਿਹਨੂੰ ਆਪਾਂ ਠੋਡਾ ਮਾਰ ਕੇ ਕਦੀ ਆਉਣ ਨੂੰ ਕਰ ਦਿੰਦੇ ਆ, ਉਹਦੇ ਉੱਤੋਂ ਦੀ ਲੰਘ ਜਾਂਦੇ ਆ, ਪਰ ਜਦੋਂ ਕਿਤੇ ਕੁੱਤੇ ਮਗਰ ਪੈ ਜਾਣ ਨਾ ਫਿਰ ਉਹ ਪੱਥਰ ਹੀ ਲੱਭਦੇ ਹੁੰਨੇ ਵੀ ਕਿੱਥੇ ਹੈ ਕਿੱਥੇ ਹੈ ਕਿੱਥੇ। ਬਿਲਕੁਲ ਸਹੀ ਗੱਲ ਹੈ। ਇਹਦਾ ਮਤਲਬ ਇਹ ਆ ਲੋੜ ਪੈਣ ਤੇ ਐਵੇਂ ਨਹੀਂ ਸਿਆਣੇ ਕਹਿੰਦੇ ਗਲੀ ਦਾ ਕੱਖ ਵੀ ਕੰਮ ਆ ਜਾਂਦਾ ਹੈ। ਸੋ ਜਦੋਂ ਸਮਾਂ ਆਉਂਦਾ ਹੈ ਲੋੜ ਪੈਂਦੀ ਹੈ ਉਦੋਂ ਹਰੇਕ ਚੀਜ਼ ਦੀ ਜਿਹੜੀ ਅਸਲ ਕੀਮਤ ਆ ਉਹ ਪਤਾ ਲੱਗਦੀ ਹੈ। ਸਦਕੇ ਜਾਵਾਂ ਤੁਹਾਡੀ ਵਿਦਵਤਾ ਦੇ, ਕਿੱਥੇ ਸਾਡਾ ਮਹੱਲਾ, ਕਿੱਥੇ ਕੁੱਤੇ, ਕਿੱਥੇ ਪੱਥਰ, ਕਮਾਲ ਹੀ ਕਰਤੀ। ਐਸਾ ਰਲਗੱਡ ਕੀਤਾ ਮਸਲਾ ਤੁਸੀਂ, ਗੱਲ ਸਹੀ ਸੀ, ਭੰਬੜਾ ਭੂੰ ਕਰਕੇ ਰੱਖਤਾ ਸਾਰਾ ਕੁਝ ਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੇ ਨਾ ਸੋਸ਼ਲ ਮੀਡੀਆ ਉਹਦੇ ਉੱਤੇ ਬੜੇ ਲੋਕ ਬੜੇ ਤਰ੍ਹਾਂ ਦੀਆਂ ਗੱਲਾਂ ਪੇਸ਼ ਕਰਦੇ ਆ। ਹਰ ਬੰਦਾ ਉੱਥੇ ਵਿਦਵਾਨ ਆ, ਹਾਲਾਂਕਿ ਕਈ ਸੱਚੀ ਮੁੱਚੀ ਵਿਦਵਾਨ ਆ, ਕਈ ਮੇਰੇ ਵਰਗੇ ਐਵੇਂ ਜਿਵੇਂ ਜੇ ਠੀਕ ਲੱਗਦਾ ਨੱਪੀ ਤੁਰੀ ਆਉਂਦੇ ਕਿੱਲੀ। ਕਈ ਮੇਰੇ ਵਰਗੇ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਮਸਲਾ ਕੀ ਹੈ, ਉਹਨੇ ਉੱਪਰ ਕਮੈਂਟਸ ਪੜ੍ਹ ਕੇ ਅੰਦਾਜ਼ਾ ਲਾਉਣਾ ਹੁੰਦਾ ਵੀ ਜ਼ਿਆਦਾ ਲੋਕ ਕਿਹੜੇ ਵਾਲੇ ਬੰਨੇ ਆ। ਫਿਰ ਉਹਨੇ ਉਸ ਤਰੀਕੇ ਨਾਲ ਆਪ ਵੀ ਉਧਰ ਨੂੰ ਵੈਰੀ ਨਾਈਸ ਕਹਿਣਾ, ਜਾਂ ਉਹਨੇ ਵੈਰੀ ਬੈਡ ਕਹਿਣਾ, ਤੇ ਜਾਂ ਉਹਨੇ ਗਾਲ ਕੱਢਣੀ ਆ। ਇਹ ਉਹਨੇ ਬਾਕੀਆਂ ਦੀਆਂ ਗੱਲਾਂ ਸੁਣ ਕੇ ਦੇਖ ਕੇ ਫਿਰ ਪਤਾ ਲਾਉਣਾ। ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਦਫ਼ਤਰ ਦੇ ਵਿੱਚ ਬੈਠਾ, ਉਹਦੇ ਮਨ ਦੇ ਵਿੱਚ ਇੱਕ ਸ਼ਾਇਰੀ ਜੀ ਉਮੜੀ, ਉਹਨੇ ਫੇਸਬੁੱਕ ਦੇ ਉੱਤੇ ਲਿਖ ਕੇ ਪਾਤਾ, ਕਹਿੰਦਾ ਪੰਛੀ बन के उड़ता फिरूं मैं मस्त गगन में, पंछी बन के उड़ता फिरूं मैं मस्त गगन में। थल्ले घर वाली ने टिप्पणी की, वो कहनी धनिया लेके आना आज अपने भवन में, वरना एक भी बाल नहीं बचेगा तेरे चमन में। क्या बात है। देखो ਇਹਨੂੰ ਕਹਿੰਦੇ ਹਾਜ਼ਰ ਜਵਾਬੀ। ਹੁਣ ਤੁਸੀਂ ਮੇਰੇ ਮਗਰ ਕੁੱਤੇ ਪਾਈ ਜਾਓ, ਤੁਸੀਂ ਮੇਰੇ ਮਗਰ ਰੋੜੇ ਚਲਾਈ ਜਾਓ, ਇਹ ਭਾਈ ਤੁਹਾਡੀ ਮਰਜ਼ੀ ਹੈ। ਟਾਣਾ ਸਾਹਿਬ ਉਸ ਸ਼ੇਰੋ ਸ਼ਾਇਰੀ ਦਾ ਵੈਸੇ ਇਹਦੇ ਨਾਲ ਕੋਈ ਹਾਜ਼ਰ ਜਵਾਬੀ ਦੀ ਗੱਲ ਹੈ ਨਾ, ਮੈਂ ਤੁਹਾਨੂੰ ਹਾਜ਼ਰ ਜਵਾਬੀ ਦੇ ਵਿੱਚ ਅੱਜ ਕੀ ਕਵਾਂ, ਕਿਉਂਕਿ ਮੇਰੇ ਮਨ ਚ ਸਤਿਕਾਰ ਆ, ਤੁਸੀਂ ਨਾਰੀ ਸ਼ਕਤੀ ਹੋ। ਹਾਂ, ਤੇ ਮੈਂ ਹੁਣ ਵਿਚਾਰੀ ਸ਼ਕਤੀ ਰਹਿ ਗਿਆ। ਇਸ ਵਿਚਾਰੀ ਸ਼ਕਤੀ ਨਾਲ ਮੈਨੂੰ ਹਮਦਰਦੀ ਹੈ। ਜੱਜ ਦਾ ਵਿਚਾਰ। ਹਰਮਨ ਜੀ, ਸਾਡੀ ਪੁਲਿਸ ਬੜੀ ਚੌਕਸ ਹੋ ਗਈ ਆ ਜੀ, ਘਟਨਾ ਤੋਂ ਪਹਿਲਾਂ ਪਹੁੰਚ ਜਾਂਦੀ ਹੈ ਹੁਣ। ਅੱਛਾ। ਆਮ ਤੌਰ ਦੇ ਉੱਤੇ ਅਸੀਂ ਹਿੰਦੀ ਫਿਲਮਾਂ ਦੇ ਵਿੱਚ ਵੇਖਨੇ ਆ, ਜਦੋਂ ਸਾਰੀ ਲੜਾਈ ਲੁੜੀ ਡਿਸ਼ੂ 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 ਹੋ ਹਟਦਾ ਤੇ ਅਖੀਰ ਦੇ ਉੱਤੇ ਪੁਲਿਸ ਆਉਂਦੀ ਆ ਤੇ ਉਹ ਕੱਢ ਕੇ ਇੱਕ ਰਿਵਾਲਵਰ ਜਾ ਕਹਿੰਦੀ ਹੁੰਦੀ ਆ, अपने हाथ खड़े कर लो, पुलिस ने तुझे चारों तरफ से घेर लिया है। इधर हीरो ते हीरोइन एक गलवकड़ी जी पा के इधर ਨੂੰ ਹੋ ਜਾਂਦੇ ਆ, ਤੇ ਇਧਰ ਜਿਹੜਾ ਖਲਨਾਇਕ ਹੁੰਦਾ ਤੇ ਉਹਦੇ ਗੋਡਾ ਫੇਰਦੀ ਫਿਰ ਪੁਲਿਸ, ਫਿਰ ਉਹਨੂੰ ਲੈ ਜਾਂਦੇ ਆ, ਉੱਥੇ ਆ ਜਾਂਦਾ ਦੀ ਐਂਡ, ਤੇ ਫਿਰ ਬਈ ਕਮਾਲ ਹੀ ਹੋ ਜਾਂਦੀ ਆ ਵੀ ਇਹਨੂੰ ਕਹਿੰਦੇ ਹੈਪੀ ਐਂਡਿੰਗ। ਅੱਛਾ ਜੀ। ਇਹ ਖੁਸ਼ਨੁਮਾ ਅੰਤ ਆ ਜਿਹੜਾ, ਮੁਹੱਬਤੀ ਪ੍ਰਕਿਰਿਆ ਤਾਣੇ ਬਾਣੇ ਦੇ ਵਿੱਚ ਗੱਲ ਉਲਝੀ ਆ। ਅੱਛਾ ਜੀ। ਪਰ ਜਿਹੜੀ ਹੁਣ ਦੀ ਖਬਰ ਆਈ ਆ ਨਾ, ਸਾਡੀ ਪੁਲਿਸ ਮੌਕੇ ਤੋਂ ਪਹਿਲਾਂ ਪਹੁੰਚ ਗਈ ਆ। ਟਾਣਾ ਸਾਹਿਬ ਕੀ ਕਹਿ ਰਹੇ ਹੋ? ਮੈਂ ਜੋ ਕਹਿ ਰਿਹਾ ਉਹਨੂੰ ਪੂਰੀ ਇਕਾਗਰਤਾ ਨਾਲ ਸੁਣੋ, ਫੇਰ ਗੱਲ ਕਰਨੀ ਆ। ਅੱਛਾ ਜੀ। ਉਹ ਇਹ ਆ ਵੀ ਜਲੰਧਰ ਦੇ ਵਿੱਚ CIA ਸਟਾਫ ਆ ਜਿਹੜਾ, ਉਹਦੇ ਵੱਲੋਂ 2 ਉਹਨਾਂ ਬੰਦਿਆਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਕਿ ਆਉਂਦੇ ਸਮੇਂ 'ਚ 7 ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨੀਆਂ ਸੀ। ਅੱਛਾ ਜੀ। ਉਹਨਾਂ ਨੇ ਝਾਰਖੰਡ ਦੇ ਵਿੱਚ ਵੀ ਕੋਈ ਇਹੋ ਜਿਹਾ ਕਾਰਾ ਕਰਨਾ ਸੀ, ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਵੀ ਲੁੱਟਾਂ ਖੋਹਾਂ ਕਰਨੀਆਂ ਸੀ। ਯੋਜਨਾ ਬਣਾਉਂਦੇ ਹੋਏ ਹੀ ਪੁਲਿਸ ਨੇ ਧਰ ਲਈ। ਇਹ ਕਿਤੇ ਮਤਲਬ ਪੁਲੀ ਦੇ ਉੱਤੇ ਨਾਕਾ ਲੱਗਿਆ ਸੀ, ਉੱਥੋਂ ਹੀ ਲੰਘ ਰਹੇ ਸੀ, ਉੱਥੇ ਪੁਲਿਸ ਨੇ ਪੁੱਛਗਿੱਛ ਕੀਤੀ, ਉੱਥੋਂ ਫੜ ਕੇ ਫਿਰ ਫੋਟੋਆਂ ਖਿਚਵਾਈਆਂ, ਫਿਰ ਇਦਾਂ ਦਾ ਮਸਲਾ ਤਾਂ ਨਹੀਂ ਕੋਈ? ਇਦਾਂ ਦਾ ਨਹੀਂ ਸੀਗਾ। ਉਹ ਤਾਂ ਹਾਲੇ ਯੋਜਨਾ ਬਣਾਉਂਦੇ ਸੀ, ਪੁਲਿਸ ਨੇ ਚੁੱਪ ਲਏ, ਪੁਲਿਸ ਨੇ ਫੜ ਲਏ, ਹੁਣ ਨੱਪ ਲਏ ਧੌਣੋਂ ਗਿੱਚੋਂ। ਮੈਂ ਕਿਹਾ ਨਹੀਂ ਤਾਂ ਅਕਸਰ ਅਖਬਾਰ ਦੇ ਵਿੱਚ ਖਬਰ ਜਿਹੜੀ ਇਦਾਂ ਹੀ ਆਉਂਦੀ ਹੁੰਦੀ ਆ ਵੀ ਪੁਲੀ ਤੇ ਹੀ ਨਾਕਾ ਲੱਗਾ ਹੁੰਦਾ ਹੈ, ਉੱਥੇ ਕੋਈ ਨਾ ਕੋਈ ਲੰਘ ਰਿਹਾ ਹੁੰਦਾ ਤੇ ਉੱਥੇ ਤੋਂ ਪੁੱਛਿਆ ਜਾਂਦਾ, ਇਸ ਲਈ ਸ਼ਾਇਦ ਇਸ ਵਾਰ ਵੀ ਇਦਾਂ ਦਾ ਨਹੀਂ। ਪਰ ਇਹਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਪੰਜਾਬੀ ਗਾਇਕ ਆ ਜਿਹੜਾ, ਉਹਦੇ ਕੋਲੋਂ 50 ਲੱਖ ਰੁਪਏ ਦੀ ਫਰੌਤੀ ਲੈਣ ਦੀ ਯੋਜਨਾ ਵੀ ਬਣਾਈ ਬੈਠੇ ਸੀਗੇ। ਅੱਛਾ ਜੀ। ਉਹ ਨਾਟ 11 ਜਿਹੜਾ ਸਿੱਧੂ ਮੂਸੇ ਵਾਲਾ, ਹਾਂਜੀ, ਉਹਦੇ ਉੱਤੇ ਇਹਨਾਂ ਨੇ ਹਮਲਾ ਵੀ ਕਰਨਾ ਸੀਗਾ। ਪੁਲਿਸ ਦੇ ਕਹਿਣ ਦੇ ਮੁਤਾਬਕ, ਅਸੀਂ ਨਹੀਂ ਕਹਿ ਰਹੇ, ਪੁਲਿਸ ਦੇ ਕਹਿਣ ਦੇ ਮੁਤਾਬਕ ਇਹ ਦੋਵੇਂ ਜਾਣੇ ਜਿਹੜੇ ਉਹ ਸਿੱਧੂ ਮੂਸੇ ਵਾਲਾ ਦੇ ਕੋਲੋਂ 50 ਲੱਖ ਰੁਪਏ ਦੀ ਫਰੌਤੀ ਲੈਣਾ ਚਾਹੁੰਦੇ ਸੀ, ਤੇ ਜੇਕਰ ਇਹਨਾਂ ਨੂੰ ਨਾ ਮਿਲਦੀ ਤਾਂ ਫਿਰ ਹੋ ਸਕਦਾ ਇਹ ਉਹਦੇ ਉੱਤੇ ਹਮਲਾ ਵੀ ਕਰਦੇ। ਇਹ ਹਮਲੇ ਦੀ ਯੋਜਨਾ ਵੀ ਬਣਾਈ ਬੈਠੇ ਸੀਗੇ। ਨਹੀਂ, ਪਰ ਫਿਰ ਤਾਂ ਜੇਕਰ ਇਹ ਸਾਰੀ ਖਬਰ, ਇਹ ਦਾਵਾ ਪੁਲਿਸ ਦਾ ਸੱਚਾ ਹੈ ਤੇ ਫਿਰ ਤਾਂ ਵਾਕਈ ਇਹ ਸ਼ੁਕਰ ਵਾਲੀ ਗੱਲ ਹੈ ਕਿ ਪਹਿਲਾਂ ਦਬੋਚ ਲਏ ਗਏ। ਦੇਖੋ, ਕਿਸੇ ਦੇ ਉੱਪਰ ਵੀ ਹਮਲਾ ਹੋਵੇ ਤਾਂ ਉਹਦੀ ਨਿੰਦਾ ਹੋਣੀ ਚਾਹੀਦੀ ਹੈ ਤੇ ਹੋਣਾ ਵੀ ਨਹੀਂ ਚਾਹੀਦਾ। ਦੇਖੋ, ਕਿਸੇ ਦੇ ਨਾਲ ਕੋਈ ਵਿਚਾਰਧਾਰਕ ਤੌਰ ਦੇ ਉੱਤੇ ਸਹਿਮਤ ਹੋਵੇ, ਕੋਈ ਅਸਹਿਮਤ ਹੋਵੇ, ਕੋਈ ਕਿਸੇ ਦਾ ਪ੍ਰਸ਼ੰਸਕ ਹੋਵੇ ਜਾਂ ਨਾ ਹੋਵੇ, ਪਰ ਕਿਸੇ ਦੀ ਵੀ ਜ਼ਿੰਦਗੀ ਦਾ ਨੁਕਸਾਨ ਹੋਵੇ ਜਾਂ ਸੋਚਿਆ ਵੀ ਜਾਵੇ ਕਿਸੇ ਦੀ ਜ਼ਿੰਦਗੀ ਦਾ ਨੁਕਸਾਨ ਕਰਨ ਬਾਰੇ, ਇਹ ਬਹੁਤ ਗਲਤ ਗੱਲ ਹੈ, ਇਹ ਲਾਹਨਤ ਵਾਲੀ ਗੱਲ ਹੈ। ਅਸੀਂ ਇਹ ਚਾਹੁੰਦੇ ਹਾਂ ਵੀ ਸਾਰਿਆਂ ਦੀ ਉਮਰ ਲੰਮੀ ਹੋਵੇ, ਸਾਰੇ ਜਿਹੜੇ ਨਿੱਠ ਕੇ ਆਪਣੀ ਮਿਹਨਤ ਕਰਦੇ ਰਹਿਣ ਤੇ ਚੰਗਾ ਗਾਉਣ, ਤੇ ਪੰਜਾਬੀਆਂ ਦੀ ਪਸੰਦ ਦਾ ਖਿਆਲ ਰੱਖਣ ਵੀ ਪੰਜਾਬੀ ਕਿਹੋ ਜਿਹਾ ਅੱਜ ਦੀ ਤਰੀਕ ਦੇ ਵਿੱਚ ਵਰਤਮਾਨ ਹਕੀਕਤ ਦੇ ਮੁਤਾਬਕ ਗੀਤ ਸੰਗੀਤ ਚਾਹੁੰਦੇ ਆ। ਸੋ ਇਸ ਤੋਂ ਪਹਿਲਾਂ ਵੀ ਆਪਾਂ ਜਾਣਦੇ, ਪ੍ਰਵੀਸ਼ ਵਰਮਾ ਦੇ ਉੱਤੇ ਹਮਲਾ ਹੋਇਆ ਸੀ, ਗਿੱਪੀ ਗਰੇਵਾਲ ਨੂੰ ਵੀ ਫਰੌਤੀ
ਦੀ ਧਮਕੀ ਆਈ ਸੀ। ਮਤਲਬ ਇਹ ਹੈ ਕਿ ਜਿਵੇਂ ਫਿਲਮੀ ਖੇਤਰ ਦੇ ਵਿੱਚ, ਮੁੰਬਈ ਖੇਤਰ ਦੇ ਵਿੱਚ ਜਿਹੜੇ ਫਿਲਮਾਂ ਵਾਲੇ ਲੋਕ ਆ ਉਹਨਾਂ ਦੇ ਕੋਲੋਂ ਗੈਂਗਸਟਰ ਪੈਸੇ ਵਸੂਲਦੇ ਆ ਨਾ, ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਚੱਲ ਰਿਹਾ। ਇਹ ਤਾਂ ਸ਼ੁਕਰ ਮਨਾਓ ਕਿ ਸਿੱਧੂ ਮੂਸੇਵਾਲੇ ਦੇ ਉੱਤੇ ਹਮਲੇ ਤੋਂ ਪਹਿਲਾਂ ਹੀ 2 ਜਾਣੇ ਜਿਹੜੇ ਪੁਲਿਸ ਨੇ ਦਬੋਚ ਲਏ ਆ। ਬਿਲਕੁਲ ਸਹੀ। ਇਹ ਹੁਣ ਚੌਕਸ ਰਹਿਣ ਦੀ ਲੋੜ ਹੈ ਜੀ ਸਾਰਿਆਂ ਨੂੰ, ਚਾਹੇ ਕੋਈ ਆਮ ਬੰਦਾ ਚਾਹੇ ਖਾਸ ਬੰਦਾ ਹੈ, ਹਰੇਕ ਨੂੰ ਆਪਣਾ ਧਿਆਨ ਆਪ ਹੀ ਰੱਖਣਾ ਪਏਗਾ। ਇਹ ਤਾਂ ਚਲੋ ਸ਼ੁਕਰ ਹੈ, ਪੁਲਿਸ ਵਾਲਿਆਂ ਨੂੰ ਵੀ ਸ਼ਾਬਾਸ਼ੀ ਦੇਣੀ ਬਣਦੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਇਹ ਕੁਝ ਵੀ ਹੋਣ, ਚਾਹੇ ਉਹ ਲੁੱਟ ਦੀਆਂ ਵਾਰਦਾਤਾਂ ਸੀ ਚਾਹੇ ਹਮਲੇ ਦੀ ਗੱਲ ਹੋਵੇ, ਕੁਝ ਵੀ ਹੋਣ ਤੋਂ ਪਹਿਲਾਂ ਉਹਨਾਂ ਬੰਦਿਆਂ ਨੂੰ ਫੜ ਲਿਆ। ਸੋ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਪਿੱਠ ਪਿੱਛੇ ਕੀ ਚੱਲ ਰਿਹਾ ਹੈ ਤੇ ਕਦੋਂ ਤੁਹਾਡੇ ਲਈ ਕਿਹੋ ਜੀ ਖਬਰ ਆ ਜਾਣੀ ਹੈ। ਸੋ ਆਪਣਾ ਆਪ ਖਿਆਲ ਰੱਖਣਾ ਪਏਗਾ, ਸਾਨੂੰ ਵੀ ਆਪ ਚੌਕਸ ਹੋਣਾ ਪਏਗਾ, ਤਾਂ ਹੀ ਵਧੀਆ ਜ਼ਿੰਦਗੀ ਨਿਕਲੇਗੀ, ਨਹੀਂ ਤਾਂ ਨਹੀਂ। ਬਿਲਕੁਲ ਸਹੀ ਗੱਲ ਆ। ਇਸ ਕਰਕੇ ਭਾਈ ਆਪਾਂ ਆਪਦੇ ਵੱਲੋਂ ਜੋ ਕੁਝ ਵੀ ਆਪਣੇ ਬਚਾਅ ਲਈ ਕਰ ਸਕਦੇ ਆ ਉਹ ਵੀ ਬਹੁਤ ਜ਼ਰੂਰੀ ਹੈ, ਤੇ ਪੁਲਿਸ ਨੂੰ ਵੀ ਇਸ ਵਕਤ ਜ਼ਰੂਰੀ ਹੈ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਕਿ ਚੌਕਸੀ ਵਧਾਈ ਜਾਵੇ। ਗਸ਼ਤ ਕਰ ਰਹੇ ਸੀਗੇ CIA ਸਟਾਫ ਦੇ ਕਰਮਚਾਰੀ ਆ ਜਿਹੜੇ, ਤੇ ਉਹਨਾਂ ਦੇ ਵੱਲੋਂ ਇਹਨਾਂ 2 ਜਣਿਆਂ ਨੂੰ ਫੜਿਆ ਗਿਆ, ਤੇ ਹੋ ਸਕਦਾ ਇਹਨਾਂ ਦੇ ਕੋਲੋਂ ਕੁਝ ਹੋਰ ਖੁਲਾਸੇ ਵੀ ਕਰਵਾਏ ਜਾਣ, ਪਰ ਮੁੱਢਲੀ ਜਾਣਕਾਰੀ ਦੇ ਮੁਤਾਬਕ ਇਹੀ ਕੁਝ ਪਤਾ ਲੱਗਾ ਜੀ। ਹਰਮਨ ਜੀ, ਆਪਾਂ ਹੁਣੇ ਗੱਲ ਕੀਤੀ ਹੈ ਵੀ ਦੂਜੇ ਦੇ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ, ਕਿਉਂਕਿ ਮੈਂ ਨਾ ਹਮੇਸ਼ਾ ਇਹ ਸੋਚਦਾ ਵੀ ਬੰਦਾ ਬੰਦੇ ਨੂੰ ਕੁੱਟੇ, ਇਹ ਕਿਹੜੀ ਇਨਸਾਨੀਅਤ ਆ ਤੇ ਇਹ ਕਿਹੜੀ ਬਹਾਦਰੀ ਵਾਲੀ ਗੱਲ ਆ। ਇਹ ਤਾਂ ਪਸ਼ੂਪੁਣਾ, ਇਹ ਤਾਂ ਜੰਗਲੀਪੁਣਾ, ਵੀ ਆਪਾਂ ਇਦਾਂ ਕਰਦੇ ਚੰਗੇ ਨਹੀਂ ਲੱਗਦੇ। ਪਰ ਜਦੋਂ ਸਿੱਖ ਨੂੰ ਕੁੱਟਦਾ, ਜਦੋਂ ਇੱਕ ਸਿੱਖ ਦੂਜੇ ਸਿੱਖ ਦੀ ਪੱਗ ਲਾ ਦਿੰਦਾ, ਜਦੋਂ ਸਿੱਖ ਦੂਜਿਆਂ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲਦਾ ਪੈਰਾਂ ਦੇ ਵਿੱਚ, ਉਦੋਂ ਹੋਰ ਵੀ ਦੁੱਖ ਹੁੰਦਾ ਵੀ ਯਾਰ ਅਸੀਂ ਫਰਾਂਸ ਦੇ ਵਿੱਚ ਤਾਂ ਪੱਗ ਦੀ ਲੜਾਈ ਲੜਦੇ ਆ, ਅਸੀਂ ਕਹਿੰਦੇ ਵੀ ਅਮਰੀਕਾ ਦੇ 에ਅਰਪੋਰਟ ਦੇ ਉੱਤੇ ਸਾਡੀ ਪੱਗ ਦੀ ਤਲਾਸ਼ੀ ਕਿਉਂ ਲਈ ਜਾਂਦੀ ਆ, ਇਹਦੇ ਨਾਲ ਸਾਡੀਆਂ ਭਾਵਨਾਵਾਂ ਤੇ ਸੱਟ ਵੱਜਦੀ ਆ। ਪਰ ਜਦੋਂ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਦੇ ਆ, ਇੱਕ ਦੂਜੇ ਦੀਆਂ ਪੱਗਾਂ ਲਾ ਦਿੰਨੇ ਆ, ਜਦੋਂ ਆਪਸ ਦੇ ਵਿੱਚ ਗੁਰਦੁਆਰਿਆਂ ਦੀਆਂ ਜਾਂ ਹੋਰ ਧਾਰਮਿਕ ਥਾਵਾਂ ਦੀਆਂ ਚੌਧਰਾਂ ਦੇ ਵਿੱਚ ਪੈ ਕੇ ਤੇ ਇੱਕ ਦੂਜੇ ਦੇ ਉੱਤੇ ਹਮਲਾ ਕਰਦੇ ਆ, ਤੇ ਜਦੋਂ ਸਾਡੀਆਂ ਖਬਰਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫੈਲਦੀਆਂ, ਉਦੋਂ ਸਾਡੀ ਕਿਹੜੀ ਬੱਲੇ ਬੱਲੇ ਹੁੰਦੀ ਹੈ। ਬਿਲਕੁਲ ਸਹੀ ਟਾਣਾ ਸਾਹਿਬ, ਕੱਲ ਮੈਂ ਵੀ ਉਹ ਵੀਡੀਓ ਵੇਖੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਫੈਲੀ ਹੈ। ਬਹੁਤੇ ਲੋਕਾਂ ਨੇ ਸਵਾਦ ਵੀ ਲਿਆ ਉਹਦੇ ਉੱਪਰ, ਬਹੁਤੇ ਲੋਕਾਂ ਨੇ ਤਮਾਸ਼ਾ ਵੀ ਵੇਖਿਆ। ਉਹ ਜੋ ਕੁਝ ਵੀ ਹੋਇਆ ਉਹ ਬੇਹੱਦ ਨਿੰਦਣਯੋਗ ਹੈ। ਇਹ ਮਤਲਬ ਮੈਂ ਹੈਰਾਨ ਹੋ ਰਹੀ ਸੀ ਟਾਣਾ ਸਾਹਿਬ, ਨਾ ਉਮਰ ਦਾ ਲਿਹਾਜ਼, ਨਾ ਕਿਸੇ ਦੀ ਕਹਿ ਲੋ ਵੀ ਦਿੱਖ ਦਾ ਲਿਹਾਜ਼ ਉੱਥੇ ਕੀਤਾ ਗਿਆ। ਜੋ ਜਿਹਦੇ ਮੂੰਹ ਚ ਆ ਰਿਹਾ, ਤੁਸੀਂ ਘੱਟੋ ਘੱਟ ਇਹ ਤਾਂ ਧਿਆਨ ਰੱਖੋ ਵੀ ਖੜੇ ਕਿੱਥੇ ਹੋ, ਤੁਸੀਂ ਬੋਲ ਕੀ ਰਹੇ ਹੋ, ਤੁਸੀਂ ਕਰ ਕੀ ਰਹੇ ਹੋ, ਤੁਹਾਡੇ ਮਨਾਂ ਚ ਡਰ ਹੀ ਨਹੀਂ ਕਿਸੇ ਚੀਜ਼ ਨੂੰ ਲੈ ਕੇ। ਦੇਖੋ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰਲੇ ਪਾਸੇ ਸਤਿਕਾਰ ਕਮੇਟੀਆਂ ਤੇ ਕੁਝ ਕੁ ਹੋਰ ਜਥੇਬੰਦੀਆਂ ਜਿਹੜੀਆਂ ਉਹ ਪ੍ਰਦਰਸ਼ਨ ਕਰ ਰਹੀਆਂ, ਧਰਨਾ ਲਾ ਕੇ ਬੈਠੀਆਂ। ਜਿੰਨੀ ਵੀ ਉੱਥੇ ਸੰਗਤ ਬੈਠੀ ਆ, ਭਾਵੇਂ ਨਿਹੰਗ ਸਿੰਘ ਆ ਭਾਵੇਂ ਕੋਈ ਹੋਰ ਆ, ਉਹ ਉੱਥੇ ਵਾਹਿਗੁਰੂ ਸਤਨਾਮ ਦਾ ਜਾਪ ਕਰ ਰਹੇ ਆ। ਮੰਗ ਉਹਨਾਂ ਦੀ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਗਾਇਬ ਹੋਏ ਆ, ਉਹਨਾਂ ਦੇ ਮੁਤਲਕ ਕੋਈ ਸੰਤੁਸ਼ਟੀਜਨਕ ਉੱਤਰ ਕਿਉਂ ਨਹੀਂ ਮਿਲਦਾ, ਕਿਉਂ ਨਹੀਂ ਇਸ ਮਾਮਲੇ ਦੇ ਉੱਤੇ ਬਣਦੀ ਸਰਦੀ ਕਾਰਵਾਈ ਕੀਤੀ ਜਾ ਰਹੀ। ਪਹਿਲਾਂ ਕਹਿੰਦੇ ਸੀ ਵੀ ਫੌਜਦਾਰੀ ਕੇਸ ਦਰਜ ਕਰਾਵਾਂਗੇ ਦੋਸ਼ੀਆਂ ਦੇ ਉੱਤੇ, ਹੁਣ ਕਹਿੰਦੇ ਲੋੜ ਨਹੀਂ ਇਸ ਕੰਮ ਦੀ। ਫਿਰ ਕਈ ਹੋਰ ਵੀ ਮੁੱਦੇ ਆ ਵੀ ਸ਼੍ਰੋਮਣੀ ਕਮੇਟੀ 'ਚ ਕਦੇ ਕੋਈ ਘਪਲਾ, ਕਦੇ ਕੋਈ ਘਪਲਾ, ਕਦੇ ਕੋਈ ਘਪਲਾ, ਇਹੋ ਜਿਹੀਆਂ ਖਬਰਾਂ ਆਉਂਦੀਆਂ। ਇਹਨਾਂ ਗੱਲਾਂ ਦੇ ਕਰਕੇ ਪ੍ਰਦਰਸ਼ਨ ਸ਼ੁਰੂ ਕਰਤਾ। ਪਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਆ, ਉਹਨੇ ਉੱਥੇ ਬਦਮਾਸ਼ੀ ਕੀਤੀ ਆ, ਉਹਨੇ ਉੱਥੇ ਗੁੰਡਾਗਰਦੀ ਕੀਤੀ ਆ, ਉਹਨੇ ਅੰਨ੍ਹੇਵਾਹ ਕੁੱਟਿਆ ਨਿਹੰਗ ਸਿੰਘਾਂ ਨੂੰ ਤੇ ਬਾਕੀ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਵੀ। ਕਈ ਲੋਕ ਉੱਥੇ ਜ਼ਖਮੀ ਹੋਏ ਆ, ਮੀਡੀਆ ਕਰਮਚਾਰੀ ਆ ਜਿਹੜੇ, ਉਹਨਾਂ ਦੇ ਨਾਲ ਵੀ ਬਦਸਲੂਕੀ ਕੀਤੀ ਆ। ਸੋ ਬੇਸ਼ੱਕ ਮੀਡੀਆ ਵਾਲੇ ਤੋਂ ਤਾਂ ਮਾਫੀ ਮੰਗ ਲਈ ਸ਼੍ਰੋਮਣੀ ਕਮੇਟੀ ਨੇ, ਪਰ ਜਿਹੜੇ ਵੀ ਮਨੁੱਖ ਦੇ ਉੱਤੇ ਜਿਹੜਾ ਵੀ ਬੰਦਾ ਹਮਲਾ ਕਰਦਾ ਉਹਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ। ਇੱਕ ਗੱਲ ਹੋਰ ਆ, ਜਦੋਂ ਸਤਿਕਾਰ ਕਮੇਟੀ ਵਾਲੇ ਕਿਸੇ ਬੰਦੇ ਦੀ ਕੁੱਟਮਾਰ ਕਰਕੇ ਉਹਦੀ ਵੀਡੀਓ ਬਣਾਉਂਦੇ ਆ ਵੀ ਇਹ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਸੀ ਕਰਦਾ, ਇਹ ਜੀ ਸਿੱਖੀ ਦੇ ਭੇਸ ਦੇ ਵਿੱਚ ਗਲਤ ਬੰਦਾ, ਉਹਨੂੰ ਕੁੱਟਣ ਦਾ ਹੱਕ ਉਦੋਂ ਵੀ ਨਹੀਂ। ਸਤਿਕਾਰ ਕਮੇਟੀ ਵਾਲਿਆਂ ਦੇ ਕੋਲੇ ਵੀ ਕੋਈ ਇਹ ਲਾਇਸੈਂਸ ਨਹੀਂ ਵੀ ਕਿਸੇ ਵੀ ਬੰਦੇ ਨੂੰ ਫੜ ਕੇ ਕੁੱਟੀਏ। ਸਾਨੂੰ ਉਦੋਂ ਦੁੱਖ ਹੁੰਦਾ ਵੀ ਸਤਿਕਾਰ ਕਮੇਟੀ ਵਾਲੇ ਕੀ ਕਰੀ ਜਾਂਦੇ ਆ। ਐਂ ਕਿਸੇ ਦੇ ਮਨ ਦੇ ਵਿੱਚ ਆਸਥਾ ਪੈਦਾ ਹੁੰਦੀ ਡੰਗ ਦੇ ਜ਼ੋਰ ਦੇ ਉੱਤੇ। ਇਹ ਤਾਂ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਤੁਸੀਂ ਮਨ 'ਚ ਆਸਥਾ ਪੈਦਾ ਕਰ ਸਕਦੇ ਹੋ। ਪਰ ਹੁਣ ਜਦੋਂ ਸਤਿਕਾਰ ਕਮੇਟੀ ਵਾਲਿਆਂ ਦੇ ਕੁੱਟ ਪਈ ਆ, ਅਸੀਂ ਇਹਦੀ ਵੀ ਨਿਖੇਧੀ ਕਰਦੇ ਆ। ਬੰਦਾ ਬੰਦੇ ਨੂੰ ਕੁੱਟੇ, ਇਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਹੋਣੀ ਚਾਹੀਦੀ ਹੈ। ਦੇਖੋ, ਜੋ ਕੁਝ ਵੀ ਉੱਥੇ ਹੋਇਆ ਟਾਣਾ ਸਾਹਿਬ, ਤੁਹਾਨੂੰ ਕਿਹਨੇ ਇਹ ਹੱਕ ਦਿੱਤਾ ਕਿ ਤੁਸੀਂ ਉਹਨਾਂ ਬੈਠਿਆਂ ਦੇ ਉੱਪਰ, ਦੇਖੋ ਕਿਸੇ ਦੇ ਨਾਲ ਵਿਚਾਰਧਾਰਕ ਤੌਰ ਦੇ ਉੱਪਰ ਤੁਹਾਡੇ ਮਤਭੇਦ ਹੋ ਸਕਦੇ ਨੇ, ਤੇ ਮਸਲੇ ਜਿਹੜੇ ਨੇ ਅੰਤ ਨੂੰ ਬੈਠ ਕੇ ਹੀ ਸੁਲਝਦੇ ਨੇ, ਗੱਲਬਾਤ ਦੇ ਨਾਲ ਹੀ ਸੁਲਝਦੇ ਨੇ। ਲੜਾਈ ਨਾਲ, ਧੱਕਾ ਮੁੱਕੀ ਦੇ ਨਾਲ ਨਾ ਕੋਈ ਮਸਲਾ ਇੱਥੇ ਹੀ ਸੁਲਝਿਆ ਤੇ ਨਾ ਹੀ ਸੁਲਝਣਾ ਹੈ। ਸੋ ਤੁਸੀਂ ਉੱਥੇ ਜੇਕਰ ਉਹ ਆਪਣਾ ਪ੍ਰਦਰਸ਼ਨ ਕਰ ਰਹੇ ਨੇ, ਤੁਸੀਂ ਉਹਨਾਂ ਦੇ ਵਿੱਚੋਂ 4 ਜਾਂ 5 ਜਣੇ ਬੁਲਾਓ, ਤੁਸੀਂ ਕੋਈ ਬਹਿ ਕੇ ਗੱਲ ਕਰ ਲੈਣੇ ਆ ਮਸਲਾ ਹੈ, ਇਦਾਂ ਹੈ ਤੇ ਅਸੀਂ ਦਾ ਹੱਲ ਕੱਢਿਆ ਹੈ। ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਜਾ ਕੇ ਬਾਹਰ ਤੇ ਧੱਕਾ ਮੁੱਕੀ, ਕੁੱਟ ਮਾਰ, ਇਹ ਉਹ ਸਾਰਾ ਕੁਝ ਕਰ ਰਹੇ ਹੋ, ਤੇ ਉਸ ਤੋਂ ਬਾਅਦ ਜੇਕਰ ਮੀਡੀਆ ਤੁਹਾਨੂੰ ਸਵਾਲ ਕਰ ਰਿਹਾ ਵੀ ਆ ਕਿਉਂ, ਤਾਂ ਤੁਸੀਂ ਉਹਨਾਂ ਦੇ ਨਾਲ ਵੀ ਬਦਸਲੂਕੀ ਕਰਦੇ ਹੋ। ਕੀ ਗੱਲ, ਜੇਕਰ ਤੁਹਾਡੇ ਹੱਥ ਦੇ ਵਿੱਚ ਕੋਈ ਪਾਵਰ ਹੈ, ਕੋਈ ਤੁਹਾਡੇ ਹੱਥ ਦੇ ਵਿੱਚ ਤੁਹਾਨੂੰ ਕਹਿ ਲਓ ਵੀ ਹਿੰਮਤ ਦਿੱਤੀ ਹੋਈ ਹੈ, ਤਾਂ ਉਹਨੂੰ ਤੁਸੀਂ ਇਸ ਤਰੀਕੇ ਨਾਲ ਵਰਤੋਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲਾਂ ਦੀ ਵਾਛੜ ਤਾਂ ਪਹਿਲਾਂ ਵੀ ਬਹੁਤ ਹੁੰਦੀ ਰਹੀ ਹੈ, ਪਰ ਇਸ ਕਾਰੇ ਦੇ ਕਰਕੇ ਇੱਕ ਵਾਰ ਹੋਰ ਵਾਛੜ ਹੋਣੀ ਸ਼ੁਰੂ ਹੋ ਗਈ ਆ। ਸੋ ਆਪਣਾ ਅਕਸ ਵੀ ਬਚਾਉਣਾ ਚਾਹੀਦਾ,
ਆਪਦੇ ਆਪ ਨੂੰ ਲੋਕਾਂ ਦੇ ਪ੍ਰਤੀ ਉੱਤਰਦਾਈ ਰੱਖਣਾ ਚਾਹੀਦਾ, ਕਿਉਂਕਿ ਗੁਰੂ ਦੀ ਗੋਲਕ ਹੈ ਜਿਹੜੀ, ਇਹ ਗਰੀਬ ਦਾ ਮੂੰਹ ਕਿਹਾ ਜਾਂਦਾ, ਤੇ ਇੱਥੇ ਸੰਗਤ ਦੇ ਵੱਲੋਂ ਪਾਏ ਗਏ ਪੈਸੇ ਦੇ ਕਰਕੇ ਸਾਰਾ ਕੁਝ ਚੱਲਦਾ ਕਾਮਯਾਬ, ਤੇ ਇਸ ਕਰਕੇ ਉੱਤਰਦਾਈ ਵੀ ਰਹਿਣਾ ਚਾਹੀਦਾ। ਬਿਲਕੁਲ ਸਹੀ ਆ। ਜੱਜ ਦਾ ਵਿਚਾਰ। ਹਰਮਨ ਜੀ, ਭਗਵੰਤ ਮਾਨ ਨੇ ਹੁਣ ਟਰੈਕਟਰ ਤੇ ਬਹਿਣਾ ਤੇ ਟਰੈਕਟਰ ਬਾਦਲ ਪਿੰਡ ਦੇ ਵੱਲ ਮੋੜ ਲੈਣਾ। ਕਿਉਂ ਜੀ, ਕੋਈ ਠੇਕਾ ਵਗੈਰਾ ਮਿਲਿਆ ਉਹਨਾਂ ਨੂੰ ਵੀ, ਉਹਨਾਂ ਨੇ ਕੋਈ ਖੇਤੀ 'ਚ ਜਾ ਕੇ ਮਦਦ ਕਰਨੀ ਆ? ਠੇਕੇ ਦਾ ਤਾਂ ਰੌਲਾ ਪੰਜਾਬ ਦੇ ਵਿੱਚ, ਥਾਂ ਥਾਂ ਠੇਕੇ ਖੁੱਲੇ ਆ। ਪੰਜਾਬ ਸਰਕਾਰ ਚੱਲਦੀ ਜਿਹੜਾ ਠੇਕਿਆਂ ਦੇ ਸਿਰ ਤੇ ਆ, ਪਰ ਭਾਈ ਦਾਰੂ ਨਹੀਂ ਪੀਣੀ ਚਾਹੀਦੀ, ਤੇ ਜੇ ਤੁਸੀਂ ਪੀਨੇ ਹੋ ਤਾਂ ਫਿਰ ਤੁਸੀਂ ਖਜ਼ਾਨੇ ਦੇ ਵਿੱਚ ਪੈਸੇ ਪਾ ਰਹੇ ਹੋ, ਸਰਕਾਰ ਨੂੰ ਚਲਾ ਰਹੇ ਹੋ, ਇਹ ਵੀ ਗੱਲ ਚਿੱਤੇ ਰੱਖਿਆ ਕਰੋ। ਨਹੀਂ, ਪਰ ਤਾਂ ਵੀ ਨਹੀਂ ਪੀਣੀ ਚਾਹੀਦੀ। ਮੈਂ ਤਾਂ ਕਹਿਣਾ, ਮੈਂ ਕਿਹੜੋ ਭੁਜੀਆ ਲਿਆ ਕੇ ਦਿੰਦਾ, ਮੈਂ ਕਿਹੜੋ ਬਰਫ਼ ਦੀਆਂ ਡਲੀਆਂ ਪਾਉਣਾ ਗਲਾਸ ਦੇ ਵਿੱਚ। ਜੀ ਹਾਂ, ਬਿਲਕੁਲ ਸਹੀ। ਪਰ ਟੈਣਾ ਸਾਹਿਬ ਕਿਉਂ ਟਰੈਕਟਰ ਲੈ ਕੇ ਜਾਣਾ, ਕੀ ਕਾਰਨ ਕੀ ਬਣ ਗਿਆ? ਖੇਤੀ ਆਰਡੀਨੈਂਸ ਦੇ ਮੁਤਲਕ ਹੈ ਨਾ, ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਦੇ ਕਰਕੇ ਭਗਵੰਤ ਮਾਨ ਨੇ ਕਈ ਗੱਲਾਂ ਕੀਤੀਆਂ। ਮੈਂ ਨਾ ਵੈਸੇ ਭੰਬਲ ਭੂਸੇ ਜਿਹੇ ਦੇ ਵਿੱਚ ਪੈ ਗਿਆ, ਕਿਉਂਕਿ ਦੋ ਤਿੰਨ ਇੱਕ ਦੂਜੇ ਨੂੰ ਕਾਟਵੀਆਂ ਖਬਰਾਂ ਆ ਗਈਆਂ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਬਈ ਜਿਹੜਾ ਇਹ 3 ਆਰਡੀਨੈਂਸਾਂ ਦੇ ਵਿੱਚੋਂ ਇੱਕ ਆਰਡੀਨੈਂਸ ਪੇਸ਼ ਕਰ ਦਿੱਤਾ ਗਿਆ, ਉਹਨੂੰ ਪਾਸ ਕਰ ਦਿੱਤਾ ਗਿਆ। ਜਿਹੜੀ VOTING ਹੋਈ ਆ, ਮੈਂ ਖਿਲਾਫ ਵੋਟ ਪਾ ਕੇ ਆਇਆ, ਤੇ ਨਾ ਤਾਂ ਉੱਥੇ ਕਾਂਗਰਸ ਦਾ ਕੋਈ ਨੁਮਾਇੰਦਾ ਸੀ ਤੇ ਨਾ ਹੀ ਉੱਥੇ ਭਗਵੰਤ ਮਾਨ ਸੀ ਮੈਂਬਰ ਪਾਰਲੀਮੈਂਟ, ਇਸ ਕਰਕੇ ਇਹ ਤਾਂ ਸਾਰੇ ਵਾਕਆਊਟ ਕਰ ਗਏ। ਤੇ ਉੱਥੇ VOTING ਹੋਈ ਸੀ ਤੇ ਮੈਂ ਵੋਟ ਨਹੀਂ ਪਾਈ, ਮੈਂ ਵੋਟ ਖਿਲਾਫ ਪਾਈ ਹੈ ਇਸ ਆਰਡੀਨੈਂਸ ਦੇ, ਕਿਉਂਕਿ ਅਸੀਂ ਹਮੇਸ਼ਾ ਕਿਸਾਨੀ ਦੇ ਹੱਕ ਦੇ ਵਿੱਚ ਆ। ਅੱਛਾ ਜੀ। ਭਗਵੰਤ ਮਾਨ ਕਹਿੰਦਾ ਉੱਥੇ VOTING ਹੋਈ ਨਹੀਂ, ਇਹ ਤਾਂ ਝੂਠ ਬੋਲਿਆ ਜਾ ਰਿਹਾ। ਹੁਣ ਦੋਵਾਂ ਦੇ ਵਿੱਚੋਂ ਕਿਹਦਾ ਯਕੀਨ ਕਰੀਏ ਕਿਹਦਾ ਨਾ ਕਰੀਏ, ਕਈ ਲੋਕ ਕਈ ਤਰ੍ਹਾਂ ਦੇ ਸਵਾਲ ਕਰਦੇ ਆ, ਪਰ ਗੱਲ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਖੇਤੀ ਆਰਡੀਨੈਂਸ ਦਾ ਮਾਮਲਾ ਹੋਰ ਉੱਠਣਾ। ਪੰਜਾਬ ਦੀ ਕਿਸਾਨੀ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੀ ਹੈ। ਬਾਦਲ ਪਿੰਡ ਦੇ ਵਿੱਚ ਵੀ ਧਰਨਾ ਜਿਹੜਾ 20 ਤਰੀਕ ਤੱਕ ਦੇ ਲਈ ਸ਼ੁਰੂ ਕਰ ਦਿੱਤਾ ਗਿਆ, ਤੇ ਭਗਵੰਤ ਮਾਨ ਕਹਿੰਦਾ ਅਸੀਂ ਟਰੈਕਟਰ ਮਾਰਚ ਕਰਾਂਗੇ, ਬਾਦਲ ਪਿੰਡ ਵੱਲ ਲੈ ਕੇ ਜਾਵਾਂਗੇ। ਦੇਖੋ, ਇਸ ਆਰਡੀਨੈਂਸ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਹੋਣੇ ਵੀ ਚਾਹੀਦੇ ਨੇ, ਕਿਉਂਕਿ ਸਿੱਧੇ ਤੌਰ ਤੇ ਕਿਸਾਨਾਂ ਦੇ ਹੱਕਾਂ ਦੇ ਉੱਪਰ ਜਿਹੜੇ ਡਾਕੇ ਮਾਰੇ ਜਾ ਰਹੇ ਨੇ, ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਹੈ। ਮੈਂ ਕੱਲ ਇੱਕ ਵੀਡੀਓ ਵੇਖ ਰਹੀ ਸੀ ਜਿਹੜੀ ਕਿ ਭਗਵੰਤ ਮਾਨ ਹੋਰਾਂ ਦੀ ਵੀਡੀਓ ਸੀ, ਜਿਹਦੇ ਵਿੱਚ ਕਿ ਉਹ ਬੋਲ ਰਹੇ ਨੇ ਹਨਾ, ਸਪੀਕਰ ਸਾਹਿਬ ਦੇ ਸਾਹਮਣੇ ਉਹ ਗੱਲਬਾਤ ਆਪਣੀ ਰੱਖ ਰਹੇ ਨੇ, ਤੇ ਉਹਦੇ ਵਿੱਚ ਵੀ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਬਾਦਲ ਪਰਿਵਾਰ ਨੇ ਪਹਿਲਾਂ ਤਾਂ ਹੱਕ ਦੇ ਵਿੱਚ VOTING ਕੀਤੀ ਹੈ, ਤੇ ਇੱਥੇ ਆ ਕੇ ਕਹਿੰਦੇ ਨੇ ਵੀ ਅਸੀਂ ਤਾਂ ਇਹਦੇ ਖਿਲਾਫ ਹਾਂ, ਅਸੀਂ ਤਾਂ ਇਹਦੇ ਵਿਰੋਧ ਦੇ ਵਿੱਚ ਆ, ਸੋ ਇਹ ਦੋਗਲੇ ਚਿਹਰੇ ਨਹੀਂ ਹੋਣੇ ਚਾਹੀਦੇ। ਪਰ ਬਾਦਲ ਪਰਿਵਾਰ ਇਸ ਚੀਜ਼ ਤੋਂ ਮੂੰਹ ਫੇਰ ਰਿਹਾ ਵੀ ਨਹੀਂ ਜੀ, ਅਸੀਂ ਤਾਂ ਸ਼ੁਰੂ ਤੋਂ ਇਹਦੇ ਖਿਲਾਫ ਸੀ, ਖਿਲਾਫ ਹੀ VOTING ਕੀਤੀ ਹੈ। ਸੋ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਦੇਖੋ, ਗੱਲ ਇਹ ਵੀ ਰਾਜਨੀਤੀ ਹੈਗੀ ਹੈ ਇੱਕ ਪਾਸੇ, ਆਪਾਂ ਸਾਰੇ ਦੇ ਸਾਰੇ ਜਿੰਨੇ ਵੀ ਪੰਜਾਬੀ ਆ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਕਿਸਾਨੀ ਪਰਿਵਾਰਾਂ ਨਾਲ ਸੰਬੰਧਿਤ, ਇਸ ਕਰਕੇ ਸਾਨੂੰ ਕਿਸਾਨਾਂ ਦੀ ਪੀੜ ਸਮਝਣੀ ਚਾਹੀਦੀ ਹੈ। ਇਹ ਪੰਜਾਬ ਕੋਈ ਇਹ ਤਾਂ ਹੈ ਨਹੀਂ ਕਿ ਵੀ ਭਾਈ ਸੈਰ ਸਪਾਟੇ ਵਾਲਾ ਸੂਬਾ, ਪੰਜਾਬ ਤਾਂ ਖੇਤੀਬਾੜੀ ਆਧਾਰਿਤ ਸੂਬਾ। ਜੇਕਰ ਖੇਤੀਬਾੜੀ ਦਾ ਧੰਦਾ ਚੌਪਟ ਹੋ ਗਿਆ ਤੇ ਫਿਰ ਸਮਝ ਲਓ ਪੰਜਾਬ ਹੀ ਚੌਪਟ ਹੋ ਗਿਆ। ਜਿਵੇਂ ਹਿਮਾਚਲ ਪ੍ਰਦੇਸ਼ ਆ, ਉਹ ਹੈਗਾ ਟੂਰਿਸਟ ਸਪੌਟ, ਉਹ ਹੈਗਾ ਸੈਰ ਸਪਾਟੇ ਲਈ, ਉੱਥੇ ਇਸ ਗੱਲ ਕਰਕੇ ਸਭ ਕੁਝ ਜਾਣਿਆ ਜਾਂਦਾ, ਪਰ ਪੰਜਾਬ ਨੂੰ ਬਚਾਉਣ ਦੇ ਲਈ ਸੁਹਿਰਦ ਹੋਣ ਦੀ ਲੋੜ ਆ। ਮੈਂ ਨਾ ਅੱਜ ਸਵੇਰ ਦਾ ਇੱਕ ਗੱਲ ਸੋਚੀ ਜਾਂਦਾ ਵੀ ਕਾਰ ਸੇਵਾ ਵਾਲਾ ਕੋਈ ਵੀ ਬਾਬਾ ਹਾਲੇ ਤੱਕ ਮੈਨੂੰ ਸੜਕਾਂ ਦੇ ਉੱਤੇ ਆਉਂਦਾ ਦਿਸਿਆ ਹੀ ਨਹੀਂ। ਆ ਜਦੋਂ ਫਸਲ ਆਉਣੀ ਹੁੰਦੀ ਆ ਤੇ 1.5 ਮਹੀਨਾ ਪਹਿਲਾਂ ਹੀ ਬੋਰੀ ਜੀ ਚੱਕ ਕੇ ਆ ਜਾਂਦੇ ਵੀ ਭਾਈ ਸਾਨੂੰ ਕੁਇੰਟਲ ਕਣਕ ਪਾਓ, ਸਾਨੂੰ ਮਣ ਕਣਕ ਪਾਓ। ਤੇ ਹੁਣ ਜਦੋਂ ਉਹ ਵਿਚਾਰੇ ਬੈਠੇ ਆ ਪ੍ਰਦਰਸ਼ਨਾਂ ਦੇ ਉੱਤੇ, ਨਾਲ ਬੈਠੋ ਉਹਨਾਂ ਦੇ, ਜਾਓ ਹੁਣ ਜੀ। ਇਹ ਦੇਖੋ ਟੈਣਾ ਸਾਹਿਬ, ਚਾਹੇ ਕੋਈ ਕਾਰ ਸੇਵਾ ਵਾਲਾ ਬਾਬਾ ਹੈ ਤੇ ਚਾਹੇ ਕੋਈ ਹੋਰ ਬਾਬਾ ਹੈ, ਚਾਹੇ ਕੋਈ ਆਮ ਬੰਦਾ ਹੈ ਤੇ ਚਾਹੇ ਉਹ ਕਿਸਾਨ ਆਪ ਨੇ, ਇਹ ਹਰੇਕ ਨੂੰ ਇਕੱਠਾ ਹੋਣਾ ਪਏਗਾ, ਹਰੇਕ ਨੂੰ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਪਏਗਾ, ਹਰੇਕ ਨੂੰ ਇਹ ਜਿਹੜੀ ਗੱਲ ਹੈ ਉਹ ਉੱਤੇ ਤੱਕ ਸਰਕਾਰਾਂ ਤੱਕ ਪਹੁੰਚਾਉਣੀ ਪਏਗੀ ਕਿ ਅਸੀਂ ਸਾਰੇ ਇਹਦੇ ਖਿਲਾਫ ਹਾਂ। ਜੇਕਰ ਅਸੀਂ ਹਾਲੇ ਵੀ ਪਾਟੋ ਧਾੜ ਦਾ ਸ਼ਿਕਾਰ ਰਹੇ, ਜੇਕਰ ਕਿਸਾਨੀ ਜਥੇਬੰਦੀਆਂ ਵੀ ਹਾਲੇ ਪਾਟੋ ਧਾੜ ਦਾ ਕਹਿ ਲੋ ਸ਼ਿਕਾਰ ਰਹੀਆਂ, ਤੇ ਉਹ ਕੁਝ ਨਹੀਂ ਕਰ ਸਕਣਗੀਆਂ, ਕਿਉਂਕਿ ਸ਼ੁਰੂ ਤੋਂ ਆਪਾਂ ਜਾਣਦੇ, ਆਪਾਂ ਹਾਲੇ ਵੀ ਕਹਿੰਦੇ ਵੀ ਗੋਰਿਆਂ ਨੇ ਸਾਡੇ ਉੱਪਰ ਰਾਜ ਕੀਤਾ, ਤੇ ਉਹਨਾਂ ਨੇ ਕੀ ਵੰਡ ਕੇ ਤੇ ਫਿਰ ਰਾਜ ਕੀਤਾ। ਫੁੱਟ ਪਾਓ ਤੇ ਰਾਜ ਕਰੋ। ਬਿਲਕੁਲ, ਤੇ ਇਹ ਫੁੱਟ ਜਿਹੜੀ ਸਾਡੇ ਮਨਾਂ ਦੇ ਵਿੱਚ ਸਾਡੇ ਅੰਦਰ ਪਈ ਹੋਈ ਹੈ, ਅਸੀਂ ਇਹਨੂੰ ਪਹਿਲਾਂ ਖਤਮ ਕਰੀਏ, ਤਾਂ ਹੀ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਕੇ ਅਸੀਂ ਸਰਕਾਰਾਂ ਤੱਕ ਪਹੁੰਚਾ ਸਕਾਂਗੇ। ਨਹੀਂ ਤਾਂ ਉਹ ਤਾਂ ਫਾਇਦੇ ਚੱਕਣ ਨੂੰ ਬੈਠੀਆਂ ਹੀ ਨੇ। ਦੇਖੋ, ਕਈ ਬੰਦੇ ਨਾ ਮੌਕਾ ਸੰਭਾਲਣ ਦੇ ਵਿੱਚ ਹਰਮਨ ਜੀ ਬੜੇ ਮਾਹਰ ਹੁੰਦੇ ਆ। ਕਹਿੰਦੇ ਵੀ ਇੱਕ ਵਾਰੀ ਇੱਕ ਅਧਿਆਪਕਾ ਸਕੂਲ ਦੇ ਵਿੱਚ ਬੈਠੀ ਤੇ ਵਿਦਿਆਰਥੀ ਬੈਠੇ ਮੂਹਰੇ ਪੂਰੀ ਕਲਾਸ ਦੇ ਵਿੱਚ, ਜਮਾਤ ਦੇ ਵਿੱਚ, ਉਹ ਕੁਰਸੀ ਦੇ ਉੱਤੇ ਬੈਠੀ ਹੈ ਤੇ ਮੇਜ਼ ਦੇ ਉੱਤੇ ਸਿਰ ਰੱਖ ਕੇ ਤੇ ਸੌਂ ਗਈ। ਅੱਧਾ ਘੰਟਾ ਨਿਕਲ ਗਿਆ, ਘਰਾੜੇ ਤੇ ਘਰਾੜਾ ਚੱਲ ਰਿਹਾ, ਨਿਆਣੇ ਵੀ ਮੂਹਰੇ ਬੈਠੇ ਹੱਸੀ ਜਾਂਦੇ ਵੀ ਸਕੂਲ ਵਾਲੀ ਮੈਡਮ ਕੀ ਕਰੀ ਜਾਂਦੀ ਹੈ। ਲਓ ਜੀ, ਅੱਧੇ ਪੌਣੇ ਘੰਟੇ ਬਾਅਦ ਕਹਿੰਦੇ ਵੀ ਉੱਥੇ ਫਲਾਈਂਗ ਆ ਗਈ, ਵੀ ਸਕੂਲ ਨੂੰ ਚੈੱਕ ਕਰਨ ਵਾਲੇ ਅਧਿਕਾਰੀ ਆ ਗਏ। ਉਹਨਾਂ ਨੇ ਜਦੋਂ ਆ ਕੇ ਆਖਿਆ ਵੀ ਤੁਸੀਂ ਸੁੱਤੇ ਪਏ ਹੋ, ਤੇ ਨਾਲ ਦੀ ਨਾਲ ਮੈਡਮ ਉੱਠੀ ਤੇ ਬੱਚਿਆਂ ਨੂੰ ਕਹਿੰਦੀ, ਦੇਖਿਆ ਬੱਚਿਓ, ਕੁੰਭਕਰਨ ਇਉਂ ਸੌਂਦਾ ਸੀ, ਇਉਂ ਬਿਲਕੁਲ ਨਹੀਂ ਸੌਣਾ ਚਾਹੀਦਾ।
ਬੰਦੇ ਨੂੰ ਥੋੜਾ ਜਿਹਾ ਚੌਕਸ ਹੋਣਾ ਚਾਹੀਦਾ। ਜੀ ਮੈਂ ਤੁਹਾਨੂੰ ਪ੍ਰੈਕਟੀਕਲ ਤੌਰ ਦੇ ਉੱਤੇ, ਹਕੀਕੀ ਤੌਰ ਦੇ ਉੱਤੇ ਸਮਝਾਉਣਾ ਚਾਹੁੰਦੀ ਸੀ ਵੀ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਦੇ ਵੀ। ਕਲਾਸ ਦੇ ਵਿੱਚ ਤਾਂ ਭੁੱਲ ਕੇ ਵੀ ਨਹੀਂ ਇਹ ਕਰਨਾ ਚਾਹੀਦਾ। ਬਿਲਕੁਲ ਸਹੀ ਮੌਕਾ ਗੱਲ ਸੰਭਾਲ ਲਿਆ ਜੀ। ਮੌਕਾ ਸੰਭਾਲਣ ਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਸ਼ੇਰ ਹੁੰਦੇ ਨੇ, ਬਹੁਤ ਸਾਰੇ ਲੋਕ ਮੌਕੇ ਦੇ ਉੱਪਰ ਚੌਕਾ ਲਾ ਜਾਂਦੇ ਨੇ ਤੇ ਕਈ ਵਾਰ ਗੱਲਾਂ ਜਿਹੜੀਆਂ ਉਹ ਬਾਅਦ ਵਿੱਚ ਸਮਝ ਆਉਂਦੀਆਂ ਨੇ। ਟਾਣਾ ਸਾਹਿਬ, ਕੱਲ ਜਿਹੜੀ ਖਬਰ ਆਪਾਂ ਸਾਂਝੀ ਕੀਤੀ ਸੀ ਉਹਦੇ ਵਿੱਚ ਅੱਗੇ ਜੋ ਹੋਇਆ, ਮੈਂ ਚਾਹੁੰਦੀ ਆ ਵੀ ਉਹ ਵੀ ਆਪਾਂ ਆਪਣੇ ਪਰਿਵਾਰਕ ਜੀਆਂ ਨਾਲ ਜ਼ਰੂਰ ਸੁਮੇਧ ਸੈਣੀ ਬਾਰੇ। ਬਿਲਕੁਲ ਸਹੀ। ਸੁਮੇਧ ਸੈਣੀ ਨੂੰ ਵਕਤੀ ਤੌਰ ਦੇ ਉੱਤੇ ਰਾਹਤ ਮਿਲ ਗਈ ਹੈ ਕਿਉਂਕਿ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਉਹਦੀ ਗ੍ਰਿਫਤਾਰੀ ਕਰਨ ਦੀ ਇੰਨੀ ਕਾਹਲ ਕਾਹਦੀ ਹੈ, ਕਿਉਂਕਿ ਮੁਕਲ ਰੋਹਤਗੀ ਹੈਗੇ ਆ ਸੁਮੇਧ ਸੈਣੀ ਦੇ ਵੱਲੋਂ ਪੇਸ਼ ਹੋਏ ਵਕੀਲ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇੱਕ ਤਾਂ ਮੇਰਾ ਮੁਵੱਕਲ ਯਾਨੀ ਕਿ ਮੇਰਾ ਕਲਾਇੰਟ, ਮੇਰਾ ਗਾਹਕ ਆ ਜਿਹੜਾ, ਉਹ ਸਾਬਕਾ ਅਧਿਕਾਰੀ ਆ, ਪੰਜਾਬ ਪੁਲਿਸ ਦਾ ਬਹੁਤ ਵੱਡਾ ਸਿਖਰ ਦੇ ਉੱਤੇ ਅਹੁਦੇ ਦੇ ਉੱਤੇ ਸੀਗਾ ਇਹ ਬੈਠਾ। ਸੋ ਹੁਣ ਜਦੋਂ ਸੇਵਾ ਮੁਕਤੀ ਹੋ ਗਈ ਹੈ ਤੇ ਜਾਣ ਬੁੱਝ ਕੇ ਇਹਨਾਂ ਨੂੰ ਫਸਾਇਆ ਗਿਆ ਕਿਉਂਕਿ ਇਹਨਾਂ ਦੇ ਵੱਲੋਂ ਦਾਖਲ ਕੀਤੀ ਗਈ ਚਾਰਜ ਸ਼ੀਟ ਦੇ ਵਿੱਚ ਕੈਪਟਨ ਸਾਹਿਬ ਦਾ ਨਾਮ ਵੀ ਬੋਲਦਾ। ਇਸ ਕਰਕੇ ਬਦਲਾ ਲਓ ਭਾਵਨਾ ਦੇ ਤਹਿਤ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਤੇ ਫਿਰ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਆ ਵੀ ਇੰਨੀ ਕਾਹਲੀ ਕਾਹਦੀ ਗ੍ਰਿਫਤਾਰੀ ਕਰਨ ਦੀ। ਯਾਨੀ ਕਿ ਵਕਤੀ ਤੌਰ ਦੇ ਉੱਤੇ ਸੁਮੇਧ ਸੈਣੀ ਹੋਰੀ ਬਚ ਗਏ ਆ, ਪਰ ਆਉਂਦੇ ਸਮੇਂ ਦੇ ਵਿੱਚ ਕਿਹੜੀ ਮੁਸ਼ਕਲ ਖੜੀ ਹੋਣੀ ਹੈ ਇਹ ਵਕਤ ਬਿਆਨ ਕਰੂਗਾ। ਟਾਣਾ ਸਾਹਿਬ, ਗੱਲ ਇਹ ਹੈ ਵੀ ਚਲੋ ਮਾਣਯੋਗ ਅਦਾਲਤਾਂ ਨੇ, ਅਸੀਂ ਇੱਜ਼ਤ ਕਰਦੇ ਹਾਂ ਕਾਨੂੰਨ ਦੀ, ਹਮੇਸ਼ਾ ਹੀ ਇੱਜ਼ਤ ਹਰੇਕ ਨੂੰ ਕਰਨੀ ਵੀ ਚਾਹੀਦੀ ਹੈ, ਪਰ ਮੈਨੂੰ ਇਹ ਟਿੱਪਣੀ ਸਮਝ ਨਹੀਂ ਆਈ ਵੀ ਇੰਨੀ ਕਾਹਲੀ ਕਾਹਦੀ ਹੈ ਗ੍ਰਿਫਤਾਰੀ ਦੀ। ਕਿਉਂਕਿ ਜਦੋਂ ਕਿਸੇ ਇਨਸਾਨ ਦੇ ਉੱਪਰ ਕੋਈ ਦੋਸ਼ ਲੱਗਦਾ ਹੈ ਤੇ ਉਸ ਦੋਸ਼ ਨੂੰ ਸਾਬਤ ਕਰਨ ਦੇ ਲਈ ਜੋ ਵੀ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਚ ਹੀ ਪਤਾ ਲੱਗਦਾ ਹੈ ਕਿ ਦੋਸ਼ ਸੱਚੇ ਨੇ ਜਾਂ ਨਹੀਂ ਸੱਚੇ। ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਇਹ ਕਹਿ ਦੇਣਾ ਵੀ ਕਾਹਲੀ ਕਾਹਦੀ ਹੈ ਜੀ ਹਾਲੇ ਗ੍ਰਿਫਤਾਰੀ ਦੀ, ਇਹ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ। ਅਦਾਲਤੀ ਪ੍ਰਕਿਰਿਆ ਦੇ ਉੱਤੇ ਟਿੱਪਣੀ ਨਾ ਕਰੋ, 1 ਰੁਪਈਆ ਜੁਰਮਾਨਾ ਹੋਊਗਾ। ਬਿਲਕੁਲ ਹਾਂ, ਨਹੀਂ, ਮੈਂ ਤਾਂ ਹੀ ਪਹਿਲਾਂ ਹੀ ਕਹਿ ਦਿੱਤਾ ਵੀ ਮੈਂ ਮਾਫੀ ਚਾਹੁੰਦੀ ਆ। ਕਾਨੂੰਨ ਦਾ ਮੈਂ ਸਦਾ ਹੀ ਸਤਿਕਾਰ ਕਰਦੀ ਆ, ਸਦਾ ਹੀ ਇੱਜ਼ਤ ਹੈ, ਪਰ ਕੁਝ ਇੱਕ ਫੈਸਲੇ, ਕੁਝ ਇੱਕ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਭਾਰਤ ਮਨ ਦੇ ਵਿੱਚ ਸਵਾਲ ਪੈਦਾ ਕਰ ਜਾਂਦੀਆਂ। ਅਸਲ ਦੇ ਵਿੱਚ ਉਹ ਸਵਾਲ ਪ੍ਰਗਟ ਕੀਤੇ ਜਾਣ ਜਾਂ ਨਾ ਕੀਤੇ ਜਾਣ, ਪਰ ਮਨੁੱਖਾਂ ਸਵਾਲ ਤਾਂ ਮਨ ਦੇ ਵਿੱਚ ਆਉਂਦਾ ਹੀ ਆ। ਬਹੁਤੀ ਵਾਰ ਅਸੀਂ ਵੇਖਦੇ ਆ ਕਿ ਇੱਕ ਇਹੋ ਜਿਹਾ ਬੰਦਾ ਜਿਹਨੇ ਕੋਈ ਦੋਸ਼ ਵੀ ਨਹੀਂ ਕੀਤਾ ਹੁੰਦਾ, ਜਿਹਦਾ ਕੋਈ ਜੁਰਮ ਵੀ ਨਹੀਂ ਹੁੰਦਾ, ਤੇ ਉਹਨੂੰ ਫਾਂਸੀ ਤੱਕ ਦੀ ਸਜ਼ਾ ਦੀ ਗੱਲ ਹੋਣ ਲੱਗ ਜਾਂਦੀ ਹੈ ਤੇ ਐਨ ਮੌਕੇ ਤੇ ਪਤਾ ਲੱਗਦਾ ਨਹੀਂ ਬੰਦਾ ਨਿਰਦੋਸ਼ ਹੈ ਜੀ, ਇਹਨੂੰ ਕੱਢ ਦਿਓ ਬਾਹਰ, ਚਾਹੇ ਉਹਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਨਿਕਲ ਗਈ ਹੋਵੇ, ਹਨਾ। ਤੇ ਬਹੁਤੀ ਵਾਰ ਜਦੋਂ ਦੋਸ਼ ਲੱਗਦੇ ਨੇ ਤੇ ਉਹਦੇ ਉੱਪਰ ਕਾਰਵਾਈ ਵੀ ਨਹੀਂ ਹੁੰਦੀ। ਇਹ ਚੀਜ਼ਾਂ ਸਵਾਲ ਖੜੇ ਕਰਦੀਆਂ ਨੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਸੁਮੇਧ ਸੈਣੀ ਹਾਲੇ ਵੀ ਨਹੀਂ ਲੱਭਿਆ। ਅੱਛਾ, ਭਾਵੇਂ ਕਿ ਉਹਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ ਪਰ ਜਨਾਬ ਹਾਲੇ ਵੀ ਨਹੀਂ ਲੱਭੇ। ਨਹੀਂ, ਉਹ 1-2 ਦਿਨ ਠਹਿਰ ਕੇ ਲੱਭ ਜਾਣਗੇ ਟਾਣਾ ਸਾਹਿਬ, ਕਿਉਂਕਿ ਉਹ ਵੀ ਤੁਹਾਨੂੰ ਪਤਾ ਵੀ ਸ਼ੁਰੂ ਤੋਂ ਜਿਹੜੇ ਮਹਿਕਮੇ ਦੇ ਵਿੱਚ ਉਹ ਸੀਗੇ, ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਸਾਰੀਆਂ ਜਿਹੜੀਆਂ ਅੰਦਰਲੀਆਂ ਗੱਲਾਂ, ਤੌਰ ਤਰੀਕੇ, ਕਈ ਕੁਝ ਉਹਨਾਂ ਨੇ ਦੇਖਿਆ ਆਪਣੀ ਲੁਕਣ ਦੇ ਤਰੀਕਿਆਂ ਦਾ ਪਤਾ ਨਾ, ਕਿਉਂਕਿ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਵੀ ਆਪਾਂ ਲੁਕਿਆਂ ਨੂੰ ਬਾਹਰ ਕੱਢ ਲੈਨੇ ਆ, ਹੁਣ ਪਤਾ ਵੀ ਲੁਕਣਾ ਵੀ ਕਿਵੇਂ ਆ ਜੀ। ਸੋ ਹੁਣ ਇਸ ਲਈ ਉਹ ਕਹਿੰਦੇ ਹੁਣ ਵੀ ਇੱਕਦਮ ਆਇਆ ਤਾਂ ਲੋਕ ਸਵਾਲ ਕਰਨਗੇ ਵੀ ਹੁਣ ਕਿੱਥੋਂ ਆ ਗਿਆ, ਹੁਣ ਕਿੱਥੋਂ ਆ ਗਿਆ। ਹੌਲੀ 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 ਵੀ ਮੈਂ ਤਾਂ ਇੱਥੇ ਹੀ ਸੀ, ਮੈਂ ਤਾਂ ਇੱਥੇ ਹੀ ਸੀ, ਤੁਹਾਨੂੰ ਦਿਖਿਆ ਨਹੀਂ, ਮੈਂ ਤਾਂ ਕਿਤੇ ਗਿਆ ਨਹੀਂ, ਇਹ ਗੱਲਾਂ ਕਰਕੇ ਆਜੂ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਇੱਕ ਨਵਾਂ ਸਰਵੇਖਣ ਆਇਆ ਜੀ, ਉਸ ਸਰਵੇਖਣ ਨੂੰ ਪੜ੍ਹ ਕੇ ਸੁਣ ਕੇ ਜਾਣ ਕੇ ਮੈਂ ਤਾਂ ਹੱਸਣੋਂ ਹੀ ਨਹੀਂ ਰਹਿ ਸਕਿਆ। ਇੱਕ ਵਾਰ ਹੱਸ ਕੇ ਦਿਖਾਓ। ਇਹ ਬੜਾ ਝੂਠਾ ਜਿਹਾ ਮੈਂ ਕਰੂਰ ਸਿੰਘ ਨਹੀਂਗਾ ਵੀ ਯੱਕੂ ਐ ਕਹਿ ਕੇ ਹੱਸਣ ਲੱਗ ਜਾ। ਮੈਂ ਕੋਈ ਚੰਦਰਕਾਂਤ ਵਾਲਾ ਨਹੀਂਗਾ। ਮੋਗੈਂਬੋ ਖੁਸ਼ ਹੁਆ, ਉਹ ਮਿਸਟਰ ਇੰਡੀਆ ਵਾਲਾ, ਉਹੀ ਕਿਹੜੇ ਪਾਸੇ ਘੁਸਪੈਠ ਕਰਵਾਉਂਦੇ ਮੈਂ ਅੱਗੇ ਵਧ ਰਹੀ ਸੀ ਟਾਣਾ ਸਾਹਿਬ, ਖੁਸ਼ ਰਹਿਣ ਹੱਸਦਾ ਸੀ। ਨਹੀਂ, ਪਰ ਉਹ ਕਹਿੰਦਾ ਤਾਂ ਸੀ ਨਾ ਮੋਗੈਂਬੋ ਖੁਸ਼ ਹੁਆ। ਉਹ ਭਰਾਵਾ ਮੈਂ ਗੱਲ ਕਿਹੜੀ ਕਰਦਾ, ਵਿੱਚ ਮਗੈਂਬੋ ਕਿੱਧਰ ਆ ਗਿਆ? ਮੈਂ ਤੁਹਾਨੂੰ ਕਿਹਾ ਹੱਸ ਕੇ ਦਿਖਾਓ। ਕਿੱਧਰ ਟੈਂ ਟੈਂ, ਕਿੱਧਰ ਪੜੈਂ ਪੜੈਂ, ਕਿੱਧਰ ਟੈਣਾ ਟੈਣਾ, ਕਿੱਧਰ ਮੋਗੈਂਬੋ ਮੋਗੈਂਬੋ। ਗੱਲ ਹੋਰ ਚੱਲਦੀ ਹੈ ਵਿੱਚ ਹੋਰ ਹੀ। ਅੱਛਾ, ਸਰਵੇਖਣ ਦੱਸੋ। ਉਹ ਸਰਵੇਖਣ ਆ ਨਾ ਜਿਹੜਾ, ਉਹਦੇ ਵਿੱਚ ਦੱਸਿਆ ਗਿਆ ਵੀ ਪੰਜਾਬ ਤੇ ਮਿਜ਼ੋਰਮ ਤੇ ਲਕਸ਼ਦੀਪ, ਅੰਡੇਮਾਨ ਨਿਕੋਬਾਰ, ਆਂਧਰਾ ਪ੍ਰਦੇਸ਼, ਇਹ ਜਿਹੜੇ ਵੱਖ-ਵੱਖ ਸੂਬੇ ਆ, ਇਹ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਜਾਣੇ ਜਾਂਦੇ ਆ ਜੀ। ਕਹਿੰਦੇ ਵੀ ਪੰਜਾਬ ਆ ਨਾ ਜਿਹੜਾ, ਇਹ ਬੜਾ ਖੁਸ਼ ਸੂਬਾ। ਅੱਛਾ ਜੀ। ਇਹ ਜਿਹੜਾ 17,000 ਲੋਕਾਂ ਦੇ ਉੱਤੇ ਸਰਵੇਖਣ ਕੀਤਾ ਗਿਆ, ਕਹਿੰਦੇ ਵੀ ਜਿਹੜਾ ਸਿਹਤ ਤਕੜਾ ਜੁੱਸਾ ਜਾਂ ਜਿਹੜੀ ਮਾਨਸਿਕ ਤੇ ਸਰੀਰਕ ਸਿਹਤ ਦੇ ਮਾਮਲੇ ਦੇ ਵਿੱਚ ਲਕਸ਼ਦੀਪ ਦੇ ਲੋਕ ਬੜੇ ਅੱਗੇ ਆ। ਬਿਲਕੁਲ। ਕਹਿੰਦੇ ਵੀ ਜਿਹੜੀਆਂ ਬਹੁਤ ਪੰਜਾਬ ਦੇ ਵਿੱਚ ਖੁਸ਼ੀਆਂ ਪਸਰੀਆਂ ਹੋਈਆਂ, ਪੰਜਾਬ ਦੇ ਲੋਕਾਂ ਦੇ ਉੱਤੇ ਕਰੋਨਾ ਦਾ ਬੜਾ ਅਸਰ ਨਹੀਂ ਹੋਇਆ, ਪੰਜਾਬ ਦੇ ਲੋਕ ਤਾਂ ਵਾਟੀ ਕੱਢ ਦਿੰਦੇ ਆ, ਬਸ ਇਹ ਵੀ ਗੱਲਾਂ ਕਹੀਆਂ ਗਈਆਂ ਤੇ ਮੈਂ ਹੈਰਾਨ ਆ। ਇੱਕ ਮਿੰਟ, ਇੰਨੇ ਹੈਰਾਨ ਨਾ ਹੋ, ਮੈਂ ਲਿਖ ਕੇ ਲਈ, ਮੈਂ ਦੱਸ ਦਿੰਨੀ ਨਾ ਵੀ ਸਰਵੇਖਣ 'ਚ ਕੀ ਗੱਲ ਆਈ ਹੈ। ਤੁਸੀਂ ਕਦੀ ਲੱਤ ਫੜ ਲੈਣੇ, ਬਾਹ ਫੜ ਲੈਣੇ, ਸਿਰ ਫੜ ਲੈਣੇ, ਪੂਰੀ ਖਬਰ ਸੁਣਾਇਆ ਕਰੋ। ਅੱਛਾ, ਨਹੀਂ ਮੈਂ ਰੈਪ ਲਿਖਦਾ ਨਹੀਂ, ਖਬਰ ਮੈਂ ਤੁਹਾਨੂੰ ਦੱਸਦੀ ਆ। ਅਸਲ ਦੇ ਵਿੱਚ ਜਿਹੜਾ ਸਰਵੇਖਣ ਹੈ SIM ਤੇ IIT ਦੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਨੇ ਮਿਲ ਕੇ ਕੀਤਾ ਹੈ। 17,000 ਤੋਂ ਵੱਧ ਲੋਕਾਂ ਦੇ ਵਿੱਚ ਸਰਵੇ ਕੀਤਾ ਗਿਆ, ਜਿਹਦੇ ਤੋਂ ਬਾਅਦ ਜਿਹੜਾ ਸਿੱਟਾ ਨਿਕਲਿਆ ਉਹ ਇਹ ਕਹਿੰਦਾ ਹੈ ਕਿ ਜਿਹੜੇ ਵਿਆਹੇ ਹੋਏ ਲੋਕ ਨੇ ਉਹ ਵੱਧ ਖੁਸ਼ ਹੁੰਦੇ ਨੇ। ਪਹਿਲਾ ਝੂਠ,
ਜੀ ਉਸ ਤੋਂ ਬਾਅਦ ਕਰੋਨਾ ਦਾ ਖੁਸ਼ੀਆਂ ਦੇ ਉੱਪਰ ਬਹੁਤ ਅਸਰ ਪਿਆ, ਜਿਸ ਤੋਂ ਬਾਅਦ ਵਿੱਚ ਜਿਹੜੇ ਲੋਕ ਨੇ ਉਹ ਪੈਸੇ ਦੀ ਜਗ੍ਹਾ ਵਕਤ ਨੂੰ ਜ਼ਿਆਦਾ ਮਹੱਤਵ ਦੇਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ, ਤੇ ਜਿਹੜੇ ਲੋਕ ਜ਼ਿਆਦਾ ਮਹੱਤਵ ਦਿੰਦੇ ਨੇ ਵਕਤ ਨੂੰ ਉਹ ਜ਼ਿਆਦਾ ਖੁਸ਼ ਰਹਿੰਦੇ ਨੇ। ਉਸ ਤੋਂ ਬਾਅਦ ਚ ਰਿਸ਼ਤੇ ਨਿਭਾਉਣ ਦੇ ਵਿੱਚ ਪੰਜਾਬ ਅੱਗੇ ਹੈ ਜੀ, ਕਹਿੰਦੇ ਫਿਰ ਰਿਸ਼ਤਿਆਂ ਦੀਆਂ, ਇਹ ਬਿਲਕੁਲ ਸੱਚ ਆ ਜੀ, ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੀ, ਬੇਸ਼ੱਕ ਰਿਸ਼ਤੇ ਹੁਣ ਅੱਗੇ ਨਾਲੋਂ ਫਿੱਕੇ ਪੈ ਗਏ ਆ, ਪਰ ਫਿਰ ਵੀ ਬਾਕੀ ਕਈ ਸੂਬਿਆਂ ਤੇ ਕਈ ਦੇਸ਼ਾਂ ਦੇ ਮੁਕਾਬਲਤਨ ਪੰਜਾਬੀ ਆ ਜਿਹੜੇ ਉਹ ਰਿਸ਼ਤੇ ਨਿਭਾਉਣ ਦੇ ਵਿੱਚ ਅਵਲ ਆ ਹਾਲੇ ਤੱਕ। ਬਿਲਕੁਲ ਸਹੀ। ਤੇ ਸਰੀਰਕ ਤੇ ਸਿਹਤ ਪੱਖੋਂ ਲਕਸ਼ਦੀਪ ਤੁਸੀਂ ਕਿਹਾ ਹੀ ਹੈ ਵੀ ਉਹ ਅੱਗੇ ਆ, ਤੇ ਉਸ ਤੋਂ ਬਾਅਦ ਪਰਉਪਕਾਰ ਦੇ ਪੱਖੋਂ ਲੱਦਾਖ ਜਿਹੜਾ ਉਹ ਸਭ ਤੋਂ ਅੱਗੇ ਆ। ਜਿਹੜੀਆਂ ਗੱਲਾਂ ਤੁਸੀਂ ਕਹੀਆਂ ਕਿ ਮੈਨੂੰ ਕਹਿਣੀਆਂ ਨਹੀਂ ਸੀ ਆਉਂਦੀਆਂ, ਮੈਨੂੰ ਕੀ ਪਤਾ, ਤੇ ਫਿਰ ਤੁਸੀਂ ਚੁੱਪ ਕਿਉਂ ਨਹੀਂ ਕੀਤੇ ਸੀ? ਨਹੀਂ, ਫਿਰ ਤੁਸੀਂ ਟੁੱਟ ਕੇ ਦੱਸ ਰਹੇ ਸੀ ਨਾ, ਮੈਂ ਦੇਖੋ ਇੱਕੋ ਸਾਇ ਕੱਲ ਕਹਿੰਦੇ ਸੀ ਟੁੱਟ ਕੇ ਪਹਿਲਾਂ, ਅੱਜ ਕਹਿੰਦੇ ਟੁੱਟ ਕੇ ਦੱਸਦਾ, ਮੈਂ ਜਾਵਾਂ ਕਿੱਥੇ? ਚਲੋ ਤੁਸੀਂ ਸਰਵੇਖਣ ਤੇ ਆਓ। ਸਰਵੇਖਣ ਤੇ ਬਈ ਇਹ ਆ ਵੀ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਵਿਆਹੇ ਲੋਕ ਆ ਉਹ ਵੱਧ ਖੁਸ਼ ਆ। ਮੈਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ, ਖੁਸ਼ ਰਹਿਣੇ ਚਾਹੀਦੇ ਆ, ਹੋਣੇ ਵੀ ਚਾਹੀਦੇ ਆ। ਜੇਕਰ ਇਹ ਗੱਲ ਸੱਚੀ ਆ, ਇਹ ਅਧਿਐਨ ਸੱਚਾ, ਤੇ ਬੜੀ ਚੰਗੀ ਗੱਲ ਆ। ਫਿਰ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਰਿਸ਼ਤੇ ਨਿਭਾਉਣ ਚ ਅੱਗੇ ਆ, ਇਹ ਗੱਲ ਬਿਲਕੁਲ ਸੱਚੀ ਆ। ਫਿਰ ਉਹਨਾਂ ਨੇ ਕਿਹਾ ਜੀ ਕਿ ਖੁਸ਼ੀਆਂ ਜਿਹੜੀਆਂ ਉਹਨਾਂ ਨੂੰ ਅਸਲ ਦੇ ਵਿੱਚ ਉਹੀ ਮਾਣ ਸਕਦਾ ਜਿਹਦੇ ਕੋਲੇ ਵਕਤ ਆ ਤੇ ਪੈਸੇ ਦੀ ਕੋਈ ਬਾਹਲੀ ਲੋੜ ਨਹੀਂ। ਮੈਂ ਇਹਦੇ ਨਾਲ ਸਹਿਮਤ ਨਹੀਂਗਾ। ਕਿਉਂ? ਕਿਉਂਕਿ ਪੈਸੇ ਤੋਂ ਬਿਨਾਂ ਅੱਜ ਕੱਲ ਖੁਸ਼ੀਆਂ ਵੀ ਕਿੱਥੇ ਮਿਲਦੀਆਂ ਜੀ। ਜੇ ਮੰਨ ਲਓ ਤੁਸੀਂ ਕਹੋ ਜੀ ਕਿ ਮੈਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਦੀਆਂ 'ਚ ਜਾ ਕੇ ਤੇ 4 ਦਿਨ ਕੱਟਣੇ ਆ, ਜੇ ਤੁਹਾਡੇ ਕੋਲੇ ਹੋਟਲ ਵਾਸਤੇ ਪੈਸੇ ਹੈ ਨਹੀਂ, ਜੇ ਤੁਹਾਡੇ ਕੋਲੇ ਬੱਸ ਕਾਰ ਵਾਸਤੇ ਪੈਸੇ ਹੈ ਨਹੀਂ, ਤੁਹਾਡੇ ਕੋਲੇ ਰੋਟੀ ਟੁੱਕ ਲਈ ਪੈਸੇ ਹੈ ਨਹੀਂ, ਤਾਂ ਖੁਸ਼ੀ ਵੀ ਕਿੱਥੋਂ ਆਊਗੀ? ਨਹੀਂ ਟਾਣਾ ਸਾਹਿਬ, ਮੈਂ ਇਸ ਗੱਲ ਨਾਲ 100% ਸਹਿਮਤ ਨਹੀਂ ਹਾਂ। ਦੱਸੋ ਕਿਵੇਂ? ਦੇਖੋ, ਇਨਸਾਨ ਦੀਆਂ ਖੁਆਇਸ਼ਾਂ ਕਦੇ ਨਹੀਂ ਖਤਮ ਹੁੰਦੀਆਂ। ਖੁਆਇਸ਼ਾਂ ਉਹ ਤਾਂ ਬਹੁਤ ਵੱਡੀਆਂ ਹੋ ਸਕਦੀਆਂ ਵੀ ਮੇਰੇ ਕੋਲੇ ਆਹ ਮਹਿੰਗੀ ਗੱਡੀ ਹੋਵੇ, ਨਹੀਂ ਮੈਂ ਤੁਹਾਨੂੰ ਦੱਸਦੀ ਹਾਂ, ਪਰ ਕੁਝ ਲੋੜਾਂ ਹੁੰਦੀਆਂ, ਜ਼ਰੂਰਤਾਂ ਜੀ। ਪਰ ਇਹ ਹਿਮਾਚਲ ਚ ਘੁੰਮਣਾ ਜ਼ਰੂਰਤ ਦੇ ਵਿੱਚ ਨਹੀਂ ਆਉਂਦਾ ਹੈਗਾ, ਇਹ ਅਸਲ ਚ ਖੁਆਇਸ਼ਾਂ ਦੀ ਗੱਲ ਮੈਂ ਤਾਂ ਕੀਤੀ ਵੀ ਕੁਝ ਇੱਕ ਲੋਕ ਜਿਹੜੇ ਹੁੰਦੇ ਨੇ ਉਹ ਜਦੋਂ ਹਿਮਾਚਲ ਚਲ ਗਏ ਉਹਨੂੰ ਲੱਗਦਾ ਮੈਂ ਇੱਥੇ ਖੁਸ਼ ਹੋ ਗਿਆ, ਨਹੀਂ ਹੁਣ ਮੇਰੀ ਖੁਸ਼ੀ ਜਿਹੜੀ ਆ ਉਹ ਅੱਗੇ ਲੱਦਾਖ ਦੇ ਵਿੱਚ ਪਈ ਆ, ਲੱਦਾਖ ਵਾਲਾ ਕਹੂਗਾ ਨਹੀਂ ਅੱਗੇ ਅਮਰੀਕਾ ਇੰਗਲੈਂਡ ਦੇ ਵਿੱਚ ਪਈ ਆ। ਸੋ ਇਹ ਖੁਆਇਸ਼ਾਂ ਕਦੇ ਨਹੀਂ ਪੂਰੀਆਂ ਹੁੰਦੀਆਂ। ਖੁਸ਼ ਹੋਣਾ ਨਾ ਹੋਣਾ ਤੁਹਾਡੇ ਅੰਦਰ ਵਸਦਾ ਹੈ। ਅੱਛਾ, ਕਈ ਵਾਰ ਇਨਸਾਨ ਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਬੰਦੇ ਨੂੰ ਇਹ ਲੱਗਦਾ ਵੀ ਯਾਰ ਇਹ ਬੰਦਾ ਤਾਂ ਟੁੱਟ ਜਾਊ, ਹੁਣ ਇਹ ਖਤਮ ਹੋ ਜਾਊਗਾ, ਪਰ ਉਹਦਾ ਅੰਦਰਾ ਇੰਨਾ ਜ਼ਿਆਦਾ ਕਹਿ ਲੋ ਸਟਰੋਂਗ ਹੁੰਦਾ, ਸਖਤ ਹੁੰਦਾ ਹੈ ਕਿ ਉਹ ਬੰਦਾ ਹਾਲਾਤਾਂ ਦੇ ਅੱਗੇ ਗੋਡੇ ਨਹੀਂ ਟੇਕਦਾ, ਉਹ ਤਾਂ ਵੀ ਖੁਸ਼ ਰਹਿੰਦਾ। ਤੇ ਆਪਾਂ ਹਮੇਸ਼ਾ ਹੈਰਾਨ ਹੁੰਨੇ ਇਹੋ ਜਿਹੇ ਬੰਦੇ ਨੂੰ ਵੇਖ ਕੇ ਵੀ ਦੇਖੋ ਇਹਦੇ ਨਾਲ ਕੀ ਕੁਝ ਵਾਪਰ ਗਿਆ, ਤਾਂ ਵੀ ਇੰਨਾ ਖੁਸ਼ ਰਹਿੰਦਾ। ਸੋ ਖੁਸ਼ ਹੋਣਾ ਨਾ ਹੋਣਾ ਇਹ ਤੁਹਾਡੇ ਅੰਦਰ ਵਸਦੀ ਗੱਲ। ਲੋੜਾਂ ਦੀ ਪੂਰਤੀ ਫਿਰ ਵੀ ਬੜੀ ਜ਼ਰੂਰੀ ਹੈ। ਉਹ ਤਾਂ ਹੈ, ਕੋਈ ਜਿੰਨੇ ਮਰਜ਼ੀ ਪ੍ਰਵਚਨ ਕਰੀ ਜਾਵੇ ਇੱਥੇ ਬੈਠਾ ਮੇਰੇ ਖੱਬੇ ਸੱਜੇ, ਪਰ ਫਿਰ ਵੀ ਜੇਕਰ ਕਿਸੇ ਦੀਆਂ ਲੋੜਾਂ ਨਾ ਪੂਰੀਆਂ ਹੋਣ, ਸਕੂਟਰੀ ਦੇ ਵਿੱਚ ਜੇ ਤੇਲ ਨਾ ਪਵੇ ਤਾਂ ਇੱਥੇ ਨਹੀਂ ਪਹੁੰਚਣਾ, ਤੇ ਜੇ ਇੱਥੇ ਨਾ ਪਹੁੰਚੇ ਤਾਂ ਸਮਾਗਮ ਨਹੀਂ ਹੋਣਾ, ਪ੍ਰੋਗਰਾਮ ਨਹੀਂ ਹੋਣਾ, ਤੇ ਫਿਰ ਘਰੇ ਬੈਠੇ ਖੁਸ਼ ਹੋ ਜਾਗੇ ਸਾਡੀ ਸਕੂਟਰੀ 'ਚ ਤੇਲ ਵੀ ਹੈ ਨਹੀਂ, ਅੱਜ ਪ੍ਰੋਗਰਾਮ ਵੀ ਨਹੀਂ ਹੋਣਾ। ਹੋ ਲੋ ਖੁਸ਼ ਫਿਰ। ਮੈਂ ਅੰਦਰੂਨੀ ਖੁਸ਼ੀ ਦੀ ਗੱਲ ਕੀਤੀ ਸੀ ਰਾਣਾ ਸਾਹਿਬ। ਤੁਸੀਂ ਐ ਕਰੋ, ਕੱਲ ਤੋਂ ਅੰਦਰੂਨੀ ਖੁਸ਼ੀ ਹਾਸਲ ਕਰਿਓ। ਨਹੀਂ ਚੁੱਪ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਕੋਲ ਇੰਨਾ ਪੈਸਾ ਹੁੰਦਾ ਹੈ, ਇੰਨੀਆਂ ਤਨਖਾਹਾਂ ਹੁੰਦੀਆਂ ਨੇ, ਤਾਂ ਵੀ ਮੱਥੇ ਤੋਂ ਵੱਟ ਹੀ ਨਹੀਂ ਉਤਰਦਾ। ਮੈਨੂੰ ਤਾਂ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਲੋਕ ਐਂ ਕਾਹਤੋਂ ਕਹਿੰਦੇ ਆ ਵੀ ਇਹਦੇ ਕੋਲੇ ਅੰਨਾ ਪੈਸਾ, ਵੀ ਬਹੁਤ ਪੈਸਾ ਮੰਨਿਆ, ਇਹਦੇ ਕੋਲੇ ਬੇਹੱਦ ਰੁਪਈਏ ਮੰਨੇ, ਇਹਦੇ ਕੋਲੇ ਢੇਰਾਂ ਦੇ ਢੇਰ ਰੁਪਈਏ ਆ ਇਹ ਮੰਨੇ, ਇਹਦੀਆਂ ਪੇਟੀਆਂ ਭਰੀਆਂ ਪਈਆਂ, ਅੰਨਾ ਪੈਸਾ, ਵੀ ਉਹਦੀਆਂ ਅੱਖਾਂ ਬਣਾਉਣ ਵਾਲੀਆਂ। ਟਾਣਾ ਸਾਹਿਬ, ਪੈਸਾ ਅੰਨਾ ਕਰ ਦਿੰਦਾ ਬੰਦੇ। ਹਾਂ, ਪੈਸਾ ਅੰਨਾ ਕਰ ਦਿੰਦਾ ਤਾਂ ਮੰਨਿਆ, ਇਹਦੇ ਕੋਲੇ ਅੰਨਾ ਪੈਸਾ, ਮੈਂ ਕਿਹਾ ਹੱਦ ਹੋ ਗਈ। ਨਹੀਂ ਆਪਾਂ ਹੁਣ ਹਰ ਗੱਲ ਚ ਨਗੋਚ ਕੱਢਾਂਗੇ। ਨਹੀਂ ਦੇਖੋ, ਸ਼ਬਦ ਕਿਵੇਂ ਅੱਗੇ ਪਿੱਛੇ ਕਰ ਦਿੰਨੇ ਅਸੀਂ, ਇਹ ਦੇਖੋ ਕਿਵੇਂ ਗੱਲਾਂ ਚੱਲਦੀਆਂ ਆ ਰਹੀਆਂ। ਪੈਸਾ ਅੰਨਾ ਭਾਈ ਉਹਦੇ ਕੋਲੇ, ਵੀ ਪੈਸਾ ਥੋੜੀ ਅੰਨਾ ਹੁੰਦਾ ਹੀ ਆ। ਨਹੀਂ ਮਤਲਬ ਅੰਨਾ ਮਤਲਬ ਬਹੁਤ ਜ਼ਿਆਦਾ ਕਹਿ ਲੋ, ਫਿਰ ਅੰਨਾ ਹੀ ਕਿਉਂ ਕਹਿੰਦੇ ਆ ਆਪਾਂ? ਮਤਲਬ ਚਾਹੇ ਜਿਹੜੇ ਬੰਦੇ ਨੂੰ ਦਿਸਦਾ ਨਾ ਹੋਵੇ ਉਹਨੂੰ ਕਹਿੰਦੇ ਬਹੁਤ ਜ਼ਿਆਦਾ ਪੈਸਾ ਇਹ। ਹਰਮਨ ਜੀ, ਕੱਲ ਆਪਾਂ ਨਾ ਸਵਾਲ ਕੀਤਾ ਸੀਗਾ ਆਪਣੇ ਦਰਸ਼ਕਾਂ ਨੂੰ ਵੀ ਵੱਟ ਕਿੰਨੀ ਪ੍ਰਕਾਰ ਦੇ ਹੁੰਦੇ ਆ, ਵੱਟ ਕਿਹਨੂੰ ਕਿਹਨੂੰ ਕਹਿੰਦੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਦਰਸ਼ਕਾਂ ਨੇ ਸੁਨੇਹੇ ਭੇਜੇ ਆ। ਕਿਸੇ ਨੇ ਕਿਹਾ ਵੀ ਵੱਟ ਆ ਵੀ ਹੁੰਦਾ, ਕਿਸੇ ਨੇ ਕਿਹਾ ਵੱਟ ਆ ਵੀ ਹੁੰਦਾ, ਪਰ ਮੁੱਖ ਤੌਰ ਦੇ ਉੱਤੇ ਜਿਹੜੀ ਖੇਤ 'ਚ ਪਾਈ ਜਾਂਦੀ ਵੱਟ ਉਹ, ਕੱਪੜਿਆਂ ਵਿਚਲੇ ਵੱਟ ਆ ਜਿਹੜੇ ਉਹ, ਸੇਵੀਆਂ ਨੂੰ ਵੱਟਣਾ, ਮੱਥੇ ਵੱਟ ਪਾਉਣਾ। ਅੱਜ ਤਾਂ ਵੱਟ ਜਾ ਬਹੁਤ ਆ ਜਿਹਨੂੰ ਹੁਮਸ ਕਹਿ ਦਿੰਦੇ ਆ। ਐਵੇਂ ਵੱਟ ਕੇ ਜੇ ਨਾ ਰਿਹਾ ਕਰ, ਮੂੰਹ ਜਾ ਵਟਾ ਕੇ ਨਾ ਰਿਹਾ ਕਰ, ਐਵੇਂ ਮੂੰਹ ਜਾ ਵੱਟੀ ਫਿਰਦਾ, ਇੱਕ ਇਹ ਹੋ ਗਿਆ। ਲੱਡੂ ਵੱਟਣਾ ਵੀ ਹੁੰਦਾ, ਬਹੁਤ ਕਿਸਮ ਦੇ ਇਦਾਂ ਦੇ ਵੱਟ ਹੁੰਦੇ ਆ। ਬਿਲਕੁਲ, ਮੈਨੂੰ ਵੱਟ ਚੜੀ ਜਾਂਦਾ, ਗੁੱਸਾ ਚੜੀ ਜਾਂਦਾ, ਉਹਨੂੰ ਵੀ ਆਪਾਂ ਕਹਿੰਦੇ ਆ। ਵੱਟ ਬਹੁਤ ਤਰ੍ਹਾਂ ਦੇ ਹੁੰਦੇ ਨੇ, ਇਹੋ ਜਿਹੇ ਬਹੁਤ ਸਾਰੇ ਹੋਰ ਵੀ ਸ਼ਬਦ ਨੇ ਟਾਣਾ ਸਾਹਿਬ, ਜਿਨ੍ਹਾਂ ਦੇ ਕਈ ਮਤਲਬ ਹੁੰਦੇ ਨੇ, ਹਨਾ, ਕਈ ਅਰਥ ਹੁੰਦੇ ਨੇ ਉਹਨਾਂ ਦੇ। ਸੋ ਇਹੋ ਜਿਹੇ ਹੋਰ ਵੀ ਪੰਜਾਬੀ ਦੇ ਵਿੱਚ ਸ਼ਬਦ ਨੇ, ਤੇ ਮੈਂ ਚਾਹੁੰਦੀ ਆ ਵੀ ਦੇਖੋ ਆਪਾਂ ਹਰ ਰੋਜ਼ ਸਵਾਲ ਜ਼ਰੂਰ ਪੁੱਛਦੇ ਆ, ਤੇ ਸਾਡੇ ਦਰਸ਼ਕ ਵੀ ਕਦੀ ਆਪਣੀ ਪ੍ਰਤੀਕਿਰਿਆ ਦੇ ਵਿੱਚ ਦੱਸਣ
ਵੀ ਜੇਕਰ ਉਹਨਾਂ ਦੀ ਜਾਣਕਾਰੀ ਦੇ ਵਿੱਚ ਇਹੋ ਜਿਹਾ ਕੋਈ ਸ਼ਬਦ ਹੈ, ਕੋਈ ਇਹੋ ਜਿਹਾ ਜਿਹਦੇ ਕਈ ਅਰਥ ਨਿਕਲਦੇ ਹੋਣ ਜੀ, ਕੋਈ ਇਹੋ ਜਿਹੀ ਗੱਲ ਹੈ, ਕੋਈ ਇਹੋ ਜਿਹੀ ਅਖਾਣ ਬੁਝਾਰਤ ਕੁਝ ਵੀ ਹੈ, ਉਹ ਸਾਨੂੰ ਜ਼ਰੂਰ ਦੱਸਣ ਤੇ ਅਸੀਂ ਉਹਦੇ ਬਾਬਤ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਜ਼ਰੂਰ ਕਰਾਂਗੇ ਤੇ ਆਪਣੇ ਬਾਕੀ ਜਿਹੜੇ ਪਰਿਵਾਰਕ ਜੀ ਨੇ ਉਹਨਾਂ ਨੂੰ ਸਵਾਲ ਕਰਾਂਗੇ ਕਿ ਕੀ ਉਹਨਾਂ ਨੂੰ ਉਸ ਬਾਬਤ ਕੋਈ ਜਾਣਕਾਰੀ ਹੈ ਜਾਂ ਨਹੀਂ ਹੈ। ਸੋ ਆਪਾਂ ਜ਼ਰੂਰ ਇਹ ਸੁਨੇਹੇ ਵੀ ਲਿਆ ਕਰਾਂਗੇ। ਬਿਲਕੁਲ ਜੀ, ਬਿਲਕੁਲ ਜੀ। ਤੇ ਟੈਣਾ ਸਾਹਿਬ ਮੈਨੂੰ ਇਹ ਦੱਸੋ ਵੀ ਅੱਜ ਕਿਹੜਾ ਸਵਾਲ ਲੈ ਕੇ ਆਏ ਹੋ? ਅੱਜ ਤੁਸੀਂ ਸਵਾਲ ਲੈ ਕੇ ਆਏ ਹੋ। ਹਾਂ, ਕਰੋ ਸਾਂਝਾ। ਚਲੋ ਮੈਂ ਜਿਹੜਾ ਸਵਾਲ ਹੈ ਉਹ ਆਮ ਜਿਹਾ ਇੱਕ ਸਵਾਲ ਪੁੱਛ ਲੈਣੀ ਆ ਵੀ ਜਿਹੜੇ ਪੁਰਾਣੇ ਗਹਿਣੇ ਸੀ ਔਰਤਾਂ ਦੇ, ਉਹ ਕੋਈ 5 ਗਹਿਣੇ ਉਹਨਾਂ ਦੇ ਨਾਂ ਸਾਡੇ ਦਰਸ਼ਕ ਜ਼ਰੂਰ ਸਾਨੂੰ ਲਿਖ ਕੇ ਭੇਜਣ। 5 ਗਹਿਣੇ ਔਰਤਾਂ ਦੇ ਜੀ, ਔਰਤਾਂ ਦੇ 5 ਗਹਿਣੇ ਜਿਹੜੇ ਪਹਿਲੇ ਸਮਿਆਂ ਦੇ ਜਿਵੇਂ ਕਿ ਟਿੱਕਾ ਹੋ ਗਿਆ ਜੀ, ਜਿਵੇਂ ਕਿ ਸੱਗੀ ਫੁੱਲ ਹੋ ਗਿਆ। ਹਾਂ, 2 ਤਾਂ ਆਪਾਂ ਹੀ ਦੱਸਦੇ ਆ ਨਾ, ਬਿਲਕੁਲ। ਬਾਕੀ 3 ਰਹਿ ਗਏ। ਨਹੀਂ, ਹੁਣ ਇਹ 2 ਨਹੀਂ ਹੋਣੇ ਚਾਹੀਦੇ, ਇਹਨਾਂ ਤੋਂ ਇਲਾਵਾ 5 ਹੋਣੇ ਚਾਹੀਦੇ ਆ। ਸੋ 5 ਜਿਹੜੇ ਗਹਿਣੇ ਜਿਹੜੇ ਔਰਤਾਂ ਪਹਿਲੇ ਸਮੇਂ ਦੇ ਵਿੱਚ ਪਾਉਂਦੀਆਂ ਹੁੰਦੀਆਂ ਸੀ, ਪੰਜਾਬ ਦੀਆਂ ਬੀਬੀਆਂ ਭੈਣਾਂ ਪਾਉਂਦੀਆਂ ਹੁੰਦੀਆਂ ਸੀ, ਉਹਨਾਂ 5 ਗਹਿਣਿਆਂ ਦੇ ਨਾਂ ਸਾਨੂੰ ਜ਼ਰੂਰ ਲਿਖ ਕੇ ਭੇਜਿਓ ਤੇ ਅਸੀਂ ਉਹ ਵੀ ਜਿਹੜੀ ਉਹਨਾਂ ਜਿਹੜੇ 2 ਅਸੀਂ ਆਪੇ ਦੱਸਦੇ ਆ ਉਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਨਾਂ ਵਿੱਚ ਗਿਣੇ ਜਾਣ। ਕਹਿੰਦੇ ਵੀ ਇੱਕ ਵਾਰੀ ਇੱਕ ਅਧਿਆਪਕ ਨੇ ਬੱਚੇ ਨੂੰ ਕਿਹਾ, ਬੇਟਾ 12 ਫਲਾਂ ਦੇ ਨਾਂ ਦੱਸੋ। ਅੱਛਾ ਜੀ। 12। ਉਹ ਕਹਿੰਦਾ ਜੀ ਇੱਕ ਤਾਂ ਅੰਬ, ਇੱਕ ਚੀਕੂ, ਉਹ ਕਹਿੰਦਾ ਹਾਂ 2 ਹੋ ਗਏ। ਇੱਕ ਸੰਤਰਾ, ਕਹਿੰਦੇ ਵਾਹ ਵਾਹ 3 ਹੋ ਗਏ। ਸੇਬ, ਕਹਿੰਦੇ ਵਾਹ ਵਾਹ 4 ਹੋ ਗਏ। ਇੱਕ ਲੀਚੀ, ਕਹਿੰਦਾ 5 ਹੋ ਗਏ। ਕਹਿੰਦੇ ਅੱਗੇ ਅੱਗੇ ਕਹਿੰਦਾ ਉਹ ਕੀ ਹੁੰਦੀ ਆ ਜਿਹੜੀ ਗੋਲ ਗੋਲ ਜੀ ਹੁੰਦੀ ਆ, ਉਹਨੂੰ ਕੀਵੀ, ਕਹਿੰਦੇ 6। ਕਹਿੰਦੇ ਇੱਕ ਹੋ ਗਿਆ ਕੀ, ਕਹਿੰਦਾ ਨਹੀਂ ਇੱਕ ਨਹੀਂ ਹੋਇਆ, 6 ਕੇਲੇ। ਕਹਿੰਦਾ 6 ਉਹ ਸੀ, 6 ਕੇਲੇ ਪਾਤੇ 12 ਹੋ ਗਏ। ਬਿਲਕੁਲ ਸਹੀ। ਏਦਾਂ ਇਹ 2 ਵਿੱਚ ਨਾ ਗਿਣੇ ਜਾਣ, ਸਾਡੇ 2 ਵੱਖਰੇ ਨੇ ਤੇ ਤੁਹਾਡੇ 5 ਜਿਹੜੇ ਆ ਉਹ ਵੱਖਰੇ ਹੋਣੇ ਚਾਹੀਦੇ ਨੇ। ਸੋ ਅਸੀਂ ਇਸ ਪ੍ਰਤੀਕਿਰਿਆ ਦੀ ਵੀ ਉਡੀਕ ਜ਼ਰੂਰ ਕਰਾਂਗੇ। ਦੇਖੋ ਹੌਲੀ ਹੌਲੀ ਸਹੀ ਟਾਣਾ ਸਾਹਿਬ ਆਪਾਂ ਜ਼ਰੂਰ ਹਰ ਰੋਜ਼ ਕੋਸ਼ਿਸ਼ ਕਰਨੀ ਹੈ। ਫੇਰ ਬੇਨਤੀ ਇੱਕ ਹੱਥ ਜੋੜ ਕੇ ਆ ਵੀ ਵੱਧ ਤੋਂ ਵੱਧ ਪੰਜਾਬੀ ਬੋਲਿਆ ਕਰੋ, ਪੰਜਾਬੀ ਹੋਣ ਦੇ ਉੱਤੇ ਮਾਣ ਕਰੋ ਤੇ ਜਦੋਂ ਵੀ ਕਿਸੇ ਨੂੰ WhatsApp ਦੇ ਉੱਤੇ, Facebook ਦੇ ਉੱਤੇ, YouTube ਦੇ ਉੱਤੇ ਸੁਨੇਹਾ ਭੇਜਦੇ ਹੋ, ਟਿੱਪਣੀ ਕਰਦੇ ਹੋ, ਇੱਕ ਤਾਂ ਸੱਭਿਅਕ ਹੋਣੀ ਚਾਹੀਦੀ ਆ, ਮਰਿਆਦਾ ਦੇ ਵਿੱਚ ਰਹਿ ਕੇ ਕਰੋ। ਤੁਸੀਂ ਕਿਹਦੇ ਮਰਜ਼ੀ ਪ੍ਰਸ਼ੰਸਕ ਹੋਵੋ, ਕਿਸੇ ਸਿਆਸੀ ਧਿਰ ਦੇ ਹੋਵੋ, ਤੁਹਾਡੀ ਮਰਜ਼ੀ, ਕਿਸੇ ਨਾਲ ਤੁਹਾਡੀ ਬਣਦੀ ਆ ਜਾਂ ਨਹੀਂ ਬਣਦੀ ਇਹ ਤੁਹਾਡੀ ਵੇਖੋ, ਆਪਣਾ ਤੁਹਾਡਾ ਮਸਲਾ ਇਹ, ਪਰ ਦਾਇਰੇ ਦੇ ਵਿੱਚ ਰਹਿ ਕੇ ਸੱਭਿਅਕ ਤਰੀਕੇ ਦੇ ਨਾਲ, ਮਰਿਆਦਾ ਦੇ ਨਾਲ ਟਿੱਪਣੀ ਕਰਨੀ ਆ ਤੇ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਟਿੱਪਣੀ ਕਰਨੀ ਆ। ਉਹ ਪੰਜਾਬੀ ਦੇ ਵਿੱਚ ਜਦੋਂ ਆਪਾਂ ਲਿਖਦੇ ਆ ਨਾ, ਸਾਨੂੰ ਮਾਣ ਹੋਣਾ ਚਾਹੀਦਾ, ਸਾਡੀ ਛਾਤੀ ਚੌੜੀ ਹੋ ਜਾਣੀ ਚਾਹੀਦੀ ਆ ਵੀ ਯਾਰ ਅਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਆ, ਪੰਜਾਬੀ ਸਾਡੇ ਖੂਨ ਦੇ ਵਿੱਚ ਆ। ਬਿਲਕੁਲ ਸਹੀ। ਤੇ ਜਿਹੜੇ ਵੀ ਸਵਾਲ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਆਪ ਜੀ ਦੀ ਕਚਹਿਰੀ ਦੇ ਵਿੱਚ ਰੱਖਦੇ ਆ, ਉਹਨਾਂ ਸਵਾਲਾਂ ਦੇ ਜਵਾਬ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦੱਸਿਆ ਕਰੋ। ਇਸੇ ਬਹਾਨੇ ਸਾਡੇ ਜਿਹੜੇ ਬੱਚੇ ਨੇ ਉਹ ਸਾਡੀ ਭਾਸ਼ਾ ਦੇ ਨਾਲ, ਸਾਡੇ ਸੱਭਿਆਚਾਰ ਦੇ ਨਾਲ, ਸਾਡੇ ਵਿਰਸੇ ਦੇ ਨਾਲ ਦੁਬਾਰਾ ਤੋਂ ਜੁੜ ਸਕਣਗੇ। ਸੋ ਜਿੰਨੇ ਵੀ ਸਵਾਲ ਹੁਣ ਤਾਈਂ ਪੁੱਛੇ ਉਹ ਵੀ ਬੱਚਿਆਂ ਨੂੰ ਜ਼ਰੂਰ ਦੱਸਿਓ ਤੇ 5 ਗਹਿਣਿਆਂ ਦੇ ਨਾਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ। ਤੇ ਬਾਕੀ ਹੁਣ ਆਪਾਂ ਚੱਲੀਏ। ਬਿਲਕੁਲ ਜਾਣਦਾ ਹੋ ਗਿਆ ਜੀ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦਿਓ ਇਜਾਜ਼ਤ, ਕੱਲ ਨੂੰ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।